ਸੰਤਾਂ ਦੇ ਨਾਲ ਤੁਹਾਡੀ ਫੋਟੋ ਹੈ। ਇਹ ਗੋਲਡਨ ਟੈਂਪਲ ਐਕਸ਼ਨ ਤੋਂ ਕੁਝ ਦਿਨ ਪਹਿਲੇ ਦੀ ਫੋਟੋ। ਜਿਹੜੇ ਵੀ ਅੱਜ ਖਾਲਿਸਤਾਨ ਦਾ ਨਾਅਰਾ ਮਾਰਦੇ ਆ ਨਾ, ਮੈਂ ਉਹਨਾਂ ਨੂੰ ਕਨਫਰਟ ਕਰ ਸਕਦਾ, ਕਿਉਂਕਿ ਸੰਤਾਂ ਦੀ ਜਦੋਜਹਿਦ ਦੇ ਵਿੱਚ ਅਸੀਂ ਰਹੇ ਹਾਂ। ਮੇਰੇ ਪਿਤਾ ਨੇ ਜਾਨ ਗਵਾਈ ਹੈ ਸੰਤਾਂ ਦੇ ਹੱਕ ਦੇ ਵਿੱਚ ਖਲੋਣ ਪਿੱਛੇ। ਮੈਂ ਸੰਤਾਂ ਕੋਲ 2 ਵਾਰੀ ਗਿਆ, 2 ਵਾਰੀ ਮੇਰਾ ਝਗੜਾ ਹੋਇਆ। ਭਾਈ ਅਮਰੀਕ ਸਿੰਘ ਦੀ ਮਾਤਾ ਨੂੰ, ਮਤਲਬ ਵੱਡੇ ਸੰਤਾਂ ਨੂੰ, ਸੰਤਾਂ ਤੋਂ ਪਹਿਲੇ ਸੰਤ ਕਰਤਾਰ ਸਿੰਘ, ਅਗਰ ਮੈਂ ਨਾਮ ਗਲਤ ਨਹੀਂ ਲੈ ਰਿਹਾ, ਉਹਨਾਂ ਦੀ ਮਾਤਾ ਨੂੰ ਅਰੈਸਟ ਕਰ ਲੈਂਦੇ ਨੇ। ਸੰਤ ਇੱਕ ਬਿਆਨ ਦਿੰਦੇ ਨੇ ਕਿ ਜੇ 24 ਘੰਟਿਆਂ 'ਚ ਮਾਤਾ ਨੂੰ ਨਾ ਛੱਡਿਆ ਗਿਆ ਤੇ ਮੈਂ 5000 ਹਿੰਦੂ ਮਾਰ ਦਿਆਂਗਾ। ਮੈਂ ਗੱਡੀ ਦਿੱਲੀ ਚੁੱਕਿਓ, ਮੈਂ ਸੰਤਾਂ ਕੋਲ ਚਲੇ ਗਿਆ। ਮੈਂ ਜਾ ਕੇ ਆਖਿਆ, ਮੈਂ ਕਿ ਸੰਤ ਜੀ ਤੁਸੀਂ ਇਹ ਬਿਆਨ ਗਲਤ ਦਿੱਤਾ। ਇਹ ਬਿਆਨ ਸੰਤਾਂ ਨੇ ਦਿੱਤਾ ਆਫੀਸ਼ੀਅਲ ਦਿੱਤਾ। ਤੁਸੀਂ ਕਹੋ ਮੈਂ 5000 ਪੁਲਿਸ ਵਾਲਾ ਮਾਰੂੰਗਾ ਜਾਂ ਮੈਂ 5000 ਕਾਂਗਰਸੀ ਮਾਰ ਦੂੰਗਾ। ਤੁਸੀਂ ਹਿੰਦੂ ਵਰਡ ਕਿੱਦਾਂ ਯੂਜ਼ ਕਰ ਲਿਆ? ਤੁਸੀਂ ਬਾਹਰਲੇ ਸਿੱਖਾਂ ਦਾ ਬਿਆਨਾ ਫੜ ਲਿਆ। ਤੁਸੀਂ ਸਾਨੂੰ ਮਰਵਾਉਣਾ ਚਾਹੁੰਦੇ ਹੋ। ਫਿਰ ਇੱਕ ਵਾਰੀ ਮੈਨੂੰ ਚਿੱਠੀ ਆਉਂਦੀ ਹੈ ਖਾਲਿਸਤਾਨ ਕਮਾਂਡੋ ਫੋਰਸ ਦੀ ਕਿ ਜਿੱਦਾਂ ਤੇਰਾ ਪਿਓ ਮਾਰਿਆ, ਜੇ 50000 ਰੁਪਇਆ ਤੂੰ ਅੰਮ੍ਰਿਤਸਰ ਆਪਣੀ ਫੈਕਟਰੀ, ਸਾਡੀ ਫੈਕਟਰੀ ਹੁੰਦੀ ਸੀ, ਉਹਦੇ ਪਿੱਛੇ ਚੂਨੇ 'ਚ ਨਹੀਂ ਦਬਿਆ, ਤੇ ਮੈਂ ਤੈਨੂੰ ਤੇਰਾ ਵੀ ਉਹੀ ਹਾਲ ਕਰਾਂਗੇ ਜੋ ਤੇਰੇ ਪਿਓ ਦਾ ਹੋਇਆ। ਮੈਂ ਕਿਹਾ ਸੰਤ ਜੀ ਇਹ ਚਿੱਠੀ ਆਈ ਹੈ, ਇਹ ਖਾਲਿਸਤਾਨ ਭਿੰਡਰਾਂ ਵੱਲੋਂ ਕਮਾਂਡੋ ਫੋਰਸ, ਇਹ 50000 ਰੁਪਇਆ ਤੁਹਾਨੂੰ ਦੇਣਾ, ਕੋਈ ਚੂਨੇ 'ਚ ਦਬਣਾ ਹੈ। ਮੈਨੂੰ ਕਹਿੰਦੇ ਅੱਜ ਤੂੰ ਵਾਪਸ ਨਹੀਂ ਜਾਏਗਾ। ਪਰ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਗਲਤੀਆਂ ਤਾਂ ਰਹੀਆਂ ਹੋਣੀਆਂ, ਜਿਹੜਾ ਸੰਤਾਂ ਦੇ ਨਾਲ ਕਦੇ ਕੋਈ ਸ਼ਖਸ ਗੁਰੂ ਨਾਨਕ ਨਮਾਜ਼ ਦੇ ਉੱਤੇ ਬੈਠਦਾ ਹੋਵੇ ਔਰ ਉਹਨੂੰ ਵਿਦੇਸ਼ਾਂ 'ਚ ਜਾ ਕੇ ਬਾਅਦ 'ਚ ਉਸੇ ਕੌਮ ਦੇ ਲੋਕ ਜਿਹੜੇ ਆ ਕੁੱਟਮਾਰ ਕਰਦੇ, ਉਹਦੇ ਨਾਲ ਕੱਪੜੇ ਪਾੜ ਦਿੰਦੇ? ਦੇਖੋ, ਮੈਨੂੰ ਕੁੱਟਮਾਰ ਉਹ ਕਰਦੇ ਜਿਹੜੇ ISI ਤੋਂ ਪੈਸੇ ਲੈਂਦੇ ਆ, ਕਿਉਂਕਿ ਉਹਨਾਂ ਦਾ ਮੈਂ ਆਰਗੂਮੈਂਟ ਡਿਮੋਲਿਸ਼ ਕੀਤਾ। ਸੰਤ ਜਰਨੈਲ ਸਿੰਘ ਨੇ ਕਦੀ ਖਾਲਿਸਤਾਨ ਨਹੀਂ ਮੰਗਿਆ ਸੀ। 30-35 ਸਿੱਖ ਅਸੀਂ ਰਾਜੀਵ ਗਾਂਧੀ ਨੂੰ ਮਿਲਣ ਗਏ ਔਰ ਸਿੱਧਾ ਜਾ ਕੇ ਇੱਕੋ ਗੱਲ ਕੀਤੀ ਕਿ ਅਸੀਂ ਤੇਰੇ ਮੁਲਕ 'ਚ ਨਹੀਂ ਰਹਿਣਾ, ਸਾਨੂੰ 2 ਦਿਨ ਦਾ ਸਮਾਂ ਦਿਓ, ਅਸੀਂ ਇਹ ਮੁਲਕ ਛੋੜ ਕੇ ਜਾਣਾ ਚਾਹੁੰਦੇ। ਲੇਕਿਨ ਉਸ ਤੋਂ 3 ਦਿਨ ਬਾਅਦ ਉਹ ਅਮਰ ਜਵਾਨ ਜੋਤੀ ਤੇ ਜਾ ਕੇ ਲੈਕਚਰ ਕਰਦਾ ਕਿ ਜਬ ਬੜਾ ਪੇੜ ਗਿਰਦਾ ਧਰਤੀ ਹਿਲਦੀ ਹੈ। ਇਹਨਾਂ ਦੇ ਜ਼ਿਹਨ ਦੇ ਵਿੱਚ ਬਦਮਾਸ਼ੀ ਸੀ, ਸਿੱਖਾਂ ਦੇ ਖਿਲਾਫ ਨਫ਼ਰਤ ਸੀ। ਤੁਹਾਡੇ ਤਾਂ ਪਰਿਵਾਰ ਦੀ ਸਾਂਝ ਸੀ, ਇੰਦਰਾ ਗਾਂਧੀ ਘਰ ਆਣਾ ਜਾਣਾ ਸੀ, ਰਾਜੀਵ ਗਾਂਧੀ ਨਾਲ ਵੀ ਜ਼ਾਹਿਰ ਜੀ ਗੱਲ ਹੈ ਤੁਹਾਡੀ ਨੇੜਤਾ ਨਾ, ਰਾਜੀਵ ਗਾਂਧੀ ਨਾਲ ਕੋਈ ਨੇੜਤਾ ਨਹੀਂ ਸੀ। ਸਮਝਦੇ ਹੋ ਰਾਜੀਵ ਗਾਂਧੀ ਪਰਸਨਲੀ ਗਲਤ ਨਹੀਂ ਸੀ? 100% ਗਲਤ ਸੀਗਾ। ਜੇ ਉਸਨੇ ਆਖਰ ਉਹ ਮੁਲਕ ਦਾ ਪ੍ਰਧਾਨ ਮੰਤਰੀ, ਅੱਧੀ ਰਾਤੀ ਗਿਆਨੀ ਜ਼ੈਲ ਸਿੰਘ ਨੇ ਸਹੁੰ ਚੁਕਾਤੀ ਜਿਹਨੂੰ ਚੁਕਾਣੀ ਨਹੀਂ ਚਾਹੀਦੀ ਸੀ। ਗਿਆਨੀ ਜੀ ਅਗਰ ਸਹੁੰ ਨਾ ਚੁਕਾਤੇ ਤੇ ਸ਼ਾਇਦ ਇਹ ਕਤਲੇਆਮ ਨਾ ਹੁੰਦਾ। ਉੱਥੋਂ ਦੀ ਸਹੁੰ ਚੁੱਕਦਾ ਗਿਆ, ਉਸੇ ਦਿਨ ਰਾਤੀ, ਉਸੇ ਦਿਨ ਕਤਲੇਆਮ ਸ਼ੁਰੂ ਹੋ ਗਿਆ। ਗਿਆਨੀ ਜੈਲ ਸਿੰਘ ਤੁਹਾਨੂੰ ਬੁਲਾਉਂਦੇ ਹੈ ਔਰ ਤੁਹਾਡੀ ਆਪਸ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ, ਸੰਤਾਂ ਨੇ ਆਉਣਾ ਹੁੰਦਾ ਹੈ। ਮੈਨੂੰ ਕਹਿੰਦੇ ਕੱਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਫੋਨ ਆਇਆ, ਮਤਲਬ ਤੁਹਾਡੇ ਭੋਗ ਤੇ ਆ ਰਹੇ ਜਹੇਦਾਰ ਜੀ ਦੇ। ਮੈਂ ਕਿਹਾ ਹਾਂਜੀ ਆ। ਕਹਿੰਦਾ ਮਨਜੀਤ ਉਹਨਾਂ ਨੂੰ ਰੋਕਣਾ ਪਏਗਾ, ਗਿਆਨੀ ਜੀ ਕਹਿੰਦੇ ਮੈਨੂੰ। ਤੇ ਕਾਫੀ ਬੋਲਣ ਤੋਂ ਬਾਅਦ ਮੈਨੂੰ ਕਹਿੰਦੇ ਜੇ ਸੰਤ ਜੀ ਆ ਰਹੇ ਨੇ ਤੇ ਫਿਰ ਮੈਂ ਨਹੀਂ ਆਉਂ। ਇਹ ਸਭ ਕੁਝ ਹੋ ਜਾਂਦਾ ਹੈ ਜਦੋਂ ਭੋਗ ਪੈਂਦਾ ਹੈ, ਅਰਦਾਸ ਹੁੰਦੀ ਹੈ, ਸੰਤ ਜੀ ਖੁਦ ਅਰਦਾਸ ਕਰਦੇ। ਅਰਦਾਸ ਤੋਂ ਬਾਅਦ ਸੰਤ ਜੀ ਆਪ ਹੀ ਵਾਗ ਲੈਂਦੇ। ਪਿੰਡ 'ਚ ਚੱਲ ਜਾਓ ਨਾ, ਤੇ ਜੇ ਕਿਸੇ ਨੂੰ ਖੋਤੇ ਤੇ ਬਿਠਾਇਆ ਹੋਵੇ, ਗਲ 'ਚ ਛਿੱਤਰਾਂ ਦਾ ਹਾਰ ਪਾਇਆ ਹੋਵੇ, ਮੂੰਹ ਕਾਲਾ ਕੀਤਾ ਹੋਵੇ, ਤੇ ਇਹ ਹੁੰਦਾ ਕਿ ਇਹਨਾਂ ਨੇ ਬਹੁਤ ਹੀ ਘਟੀਆ ਤੇ ਘਿਨਾਉਣਾ ਕੰਮ ਕੀਤਾ, ਕਿਸੇ ਦੀ ਧੀ ਭੈਣ ਨਾਲ ਗਲਤ ਕੀਤਾ। ਮੈਨੂੰ ਨਹੀਂ ਸਮਝ ਆਉਂਦੀ ਕਿ ਇੱਥੇ ਦੇਸ਼ ਦੇ ਵੱਡੇ ਵੱਡੇ ਲੀਡਰ ਸਾਹਿਬਾਨ ਬੈਠੇ ਨੇ ਜਿਹੜੇ ਆਪੇ ਹੀ ਆਪਣਾ ਮੂੰਹ ਕਾਲਾ ਕੀਤੀ ਬੈਠੇ ਨੇ। ਪਤਾ ਨਹੀਂ ਇਹਨਾਂ ਨੇ ਕੀ ਕੁਕਰਮ ਕੀਤੇ ਨੇ। ਮੈਂ ਨੀਵੀਂ ਪਾ ਲਈ। ਮੈਂ ਕਿਹਾ ਇਹ ਸੱਚੇ ਪਾਤਸ਼ਾਹ, ਇਹ ਸੰਤਾਂ ਨੇ ਤਾਂ ਲੈਕਚਰ ਨਹੀਂ ਦੇਣਾ ਸੀ, ਇਹਨਾਂ ਨੇ ਆਪਣਾ ਵਿਆਖਿਆ ਦੇ ਵਿੱਚ ਸਾਰਾ ਕੁਝ ਕਹਿਤਾ। ਔਰ ਗਿਆਨੀ ਜੀ ਜਿੱਦਾਂ ਦਾੜੀ ਰੰਗਦੇ ਸੀ, ਉਹਨਾਂ ਦਾ ਇੱਕਵੇਂ ਬਾਅਦ ਇੱਕ ਕਟਾਕਸ਼ ਉਹਨਾਂ ਦੇ ਤਾਂ ਸੀਗਾ, ਇਹ ਉਹਨਾਂ ਤੇ ਸੀਗਾ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। 6 ਜੂਨ 1984 ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਹੁੰਦੀ ਹੈ, ਆਪਰੇਸ਼ਨ ਬਲੂ ਸਟਾਰ। ਮੇਰੇ ਹੱਥ ਦੇ ਵਿੱਚ ਇੰਡੀਅਨ ਐਕਸਪ੍ਰੈਸ ਅਖਬਾਰ 7 ਜੂਨ 1984 ਦਾ, ਜਿਸ ਦੇ ਉੱਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਭਿੰਡਰਾਂ ਵਾਲੇ ਡੈਡ, ਔਰ ਨਾਲ ਇੱਕ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਇਹ ਤਸਵੀਰ ਹੈ ਔਰ ਮਨਜੀਤ ਸਿੰਘ ਨਾਂ ਦਾ ਇੱਕ ਸ਼ਖਸ ਇਸ ਤਸਵੀਰ 'ਚ ਨਜ਼ਰ ਆਊਗਾ।
ਅਖਬਾਰ ਦੇ ਉੱਤੇ ਬਕਾਇਦਾ ਲਿਖਿਆ ਹੋਇਆ ਹੈ, ਫਾਈਲ ਫੋਟੋ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਨਾਲ ਮਨਜੀਤ ਸਿੰਘ। ਇਹ ਉਹੀ ਮਨਜੀਤ ਸਿੰਘ ਹੈ ਜਿਸ ਦੇ ਉੱਤੇ ਬਹੁਤ ਸਾਲਾਂ ਬਾਅਦ ਜਾ ਕੇ ਵਿਦੇਸ਼ ਦੀ ਧਰਤੀ ਤੇ ਖਾਲਿਸਤਾਨ ਦੇ ਸਮਰਥਕ ਅਟੈਕ ਕਰਦੇ ਹੈ, ਦਸਤਾਰ ਲਾਈ ਜਾਂਦੀ ਹੈ, ਕੁੱਟਮਾਰ ਹੁੰਦੀ ਹੈ। ਥੋੜਾ ਹੋਰ ਵਿਸਥਾਰ 'ਚ ਦੱਸਦੇ ਹਾਂ ਤੇ ਇਹੀ ਉਹੀ ਮਨਜੀਤ ਸਿੰਘ ਜੀਕੇ ਨੇ, ਹੁਣ ਸ਼ਾਇਦ ਤੁਸੀਂ ਪਛਾਣ ਗਏ ਹੋ ਮੈਂ ਕਿਹਨਾਂ ਦੀ ਗੱਲ ਕਰ ਰਿਹਾ, ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹਿੰਦੇ ਹੈ, ਬਾਅਦ ਦੇ ਵਿੱਚ ਅਸਤੀਫਾ ਹੁੰਦਾ ਹੈ, ਕਰਪਸ਼ਨ ਦੇ ਚਾਰਜਸ ਨੇ, ਵੱਡੇ ਦੋਸ਼ ਲੱਗ ਜਾਂਦੇ ਹੈ। ਔਰ ਅੱਜ ਸਿੱਖੀ ਦੇ ਉੱਤੇ ਸਭ ਤੋਂ ਵੱਡਾ, ਜਦੋਂ ਤੁਸੀਂ ਪ੍ਰਧਾਨ ਹੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋ ਔਰ ਤੁਹਾਡੇ ਤੇ ਇਸ ਗੱਲ ਦੇ ਕਰਪਸ਼ਨ ਦੇ ਚਾਰਜਸ ਨੇ ਕਿ ਤੁਸੀਂ ਪੰਥ ਦੇ ਪੈਸੇ ਨਾਲ ਧਰੋ ਕਮਾਇਆ, ਤਾਂ ਇਸ ਤੋਂ ਵੱਡਾ ਕੁਝ ਨਹੀਂ ਹੁੰਦਾ। ਪਰ ਇਹ ਦੋ ਕੰਟਰਾਡਿਕਟਰੀ ਚੀਜ਼ਾਂ ਨੇ। ਇੱਕ ਇਹ ਹੈ, ਕੰਟਰਾਡਿਕਸ਼ਨ ਇਹ ਹੈ ਕਿ ਸੰਤਾਂ ਦੇ ਨਾਲ ਜੇ ਤਸਵੀਰਾਂ ਨੇ ਤਾਂ ਫਿਰ ਇਤਿਹਾਸ ਸੰਤਾਂ ਦੇ ਨਾਲ ਦਾ ਹੋਣਾ ਹੈ। ਜਥੇਦਾਰ ਸੰਤੋਖ ਸਿੰਘ ਦੀ ਇੱਕ ਲੈਗੇਸੀ ਹੈ, ਹਮੇਸ਼ਾ ਚਰਚਾ ਹੁੰਦੀ ਰਹੀ। ਪਰ ਮਨਜੀਤ ਸਿੰਘ ਜੀ ਕੇ ਜੇ ਅੱਜ ਇੱਥੋਂ ਤੱਕ ਪਹੁੰਚਦੇ ਹੈ ਤਾਂ ਇੱਕ ਸ਼ੇਰ ਹੈ ਕਿ ਤੂੰ ਇਧਰ ਉਧਰ ਕੀ ਬਾਤ ਨਾ ਕਰ, ਤੂੰ ਇਹ ਬਤਾ ਕਿ ਕਾਫਿਲਾ ਲੁਟਾ ਕਿਉਂ। ਮਨਜੀਤ ਸਿੰਘ ਜੀ ਕੇ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ ਕੇ ਸਾਹਿਬ, ਸਪਸ਼ਟ ਜਿਹਾ ਸਵਾਲ ਹੈ, ਇਹ ਕਾਫਿਲਾ ਲੁੱਟਿਆ ਕਿਉਂ ਗਿਆ ਜੀ? ਕਾਫਲਾ ਇਸ ਕਰਕੇ ਲੁੱਟਿਆ ਗਿਆ ਕਿ ਜਿਹੜੀ ਪਾਰਟੀ ਨੂੰ ਮੈਂ ਹੈੱਡ ਕੀਤਾ, ਜਿਹੜੀ ਪਾਰਟੀ ਦੇ ਜਿਹੜੇ ਉਸ ਵੇਲੇ ਜਾਂ ਅੱਜ ਵੀ ਜਿਹੜੇ ਮਾਲਕ ਨੇ, ਜਦੋਂ ਤੁਰ ਕੇ ਮੇਰੇ ਘਰ ਆਉਂਦੇ ਹੈ ਕਿ ਬਈ ਤੁਸੀਂ ਸਾਨੂੰ ਜੁਆਇਨ ਕਰੋ, ਕਿਉਂਕਿ 14 ਸਾਲ ਤੋਂ ਸਰਨਾ ਸਾਹਿਬ ਨੇ ਅਕਾਲੀ ਦਲ ਨੂੰ ਦਿੱਲੀ 'ਚ ਵੜਨ ਨਹੀਂ ਦਿੱਤਾ ਸੀ, ਬਨਵਾਸ ਕੱਟਿਆ ਗਿਆ ਸੀਗਾ। ਔਰ ਜਦੋਂ ਮੈਂ ਜੁਆਇਨ ਕਰਦਾ ਵਾਂ ਮੈਨੂੰ ਫ੍ਰੀ ਹੈਂਡ ਦਿੱਤਾ ਗਿਆ। ਉਹਦਾ ਰਿਜ਼ਲਟ ਵੀ ਆਇਆ ਕਿ ਪਹਿਲੀ ਵਾਰੀ ਅਕਾਲੀ ਦਲ ਦੇ 3 MLA ਜਿੱਤੇ, ਜਿਹੜੇ 20 ਸਾਲ 'ਚ ਕਦੀ ਨਹੀਂ ਜਿੱਤੇ ਸੀ। ਪਹਿਲੀ ਵਾਰੀ 14 ਸਾਲ ਦੇ ਬਾਅਦ 2013 'ਚ ਅਸੀਂ ਜਿੱਤਦੇ ਹਾਂ, 2017 'ਚ ਅਸੀਂ ਉਦੋਂ ਜਿੱਤਦੇ ਹਾਂ ਜਦੋਂ ਅਕਾਲੀ ਦਲ ਤੀਜੇ ਨੰਬਰ 'ਚ ਚੱਲ ਜਾਂਦਾ ਹੈ। 4 ਫਰਵਰੀ ਨੂੰ 2017 ਨੂੰ ਪੰਜਾਬ ਵਿਧਾਨ ਸਭਾ ਦੀ ਵੋਟਾਂ ਸੀ, 26 ਫਰਵਰੀ ਨੂੰ ਮੇਰੀਆਂ ਵੋਟਾਂ ਸੀਗੀਆਂ। ਮੈਂ ਪੰਜਾਬ ਦੀ ਇਲੈਕਸ਼ਨ 'ਚ ਅਕਾਲੀ ਦਲ ਦੀ ਏਡੀ ਬੁਰੀ ਹਾਲਤ ਹੋਣ, ਜਿਹਦੇ ਚਿੱਟੇ ਦਾ ਜਵਾਬ ਨਹੀਂ ਇਹਨਾਂ ਕੋਲ। ਇਹ ਸਵਾਲ ਮੈਨੂੰ ਵੀ ਦਿੱਲੀ ਪੁੱਛੇ ਗਏ, ਜਿਹਦੇ ਵਿੱਚ ਬਾਈਬਲ ਕਲਾਂ ਪੁੱਛਿਆ ਗਿਆ, ਜਿਹਦੇ 'ਚ ਡੇਰਾ ਮਾਫੀ ਪੁੱਛੀ ਗਈ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੁੱਛੇ ਗਏ। ਅੱਜ 328 ਸਰੂਪ ਤਾਂ ਅੱਜ ਆਏ ਨੇ, ਲੇਕਿਨ ਇਹ ਸਾਰੀਆਂ ਗੱਲਾਂ ਪੁੱਛਣ ਦੇ ਬਾਵਜੂਦ ਵੀ ਮੈਂ ਦਿੱਲੀ 'ਚ ਕਲੀਨ ਸਵੀਪ ਕਰਕੇ ਜਾਂਦਾ ਵਾਂ ਔਰ ਮੈਂ ਜਿੱਦਾਂ ਵਾਂ। ਪ੍ਰੋਬਲਮ ਇਹ ਸੀ ਕਿ ਜਦੋਂ 4 ਫਰਵਰੀ ਨੂੰ ਵੋਟਾਂ ਸੀਗੀਆਂ, ਡੇਰੇ ਨੇ ਅਨਾਉਂਸ ਕੀਤਾ ਕਿ ਅਸੀਂ ਅਕਾਲੀ ਦਲ ਨੂੰ ਸਪੋਰਟ ਕਰਦੇ ਹਾਂ। ਮੈਂ ਬਠਿੰਡੇ, ਮੇਰੀ ਡਿਊਟੀ ਸੀ ਬੀਬਾ ਦੇ ਹਲਕੇ 'ਚ। ਬੀਬਾ ਇਲੈਕਸ਼ਨ ਹੀ ਲੜ ਰਹੀ ਸੀ, ਲੇਕਿਨ 9 ਸੀਟਾਂ ਬੀਬਾ ਦੇ MP ਹਲਕੇ 'ਚ ਆਉਂਦੀਆਂ ਨੇ। ਮੈਂ ਬਠਿੰਡੇ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਡੇਰੇ ਦੀ ਨਿਖੇਧੀ ਕੀਤੀ ਕਿ ਸਾਨੂੰ ਡੇਰੇ ਦੀ ਵੋਟਾਂ ਨਹੀਂ ਚਾਹੀਦੀਆਂ, ਅਗਰ ਡੇਰੇ ਦੀ ਵੋਟਾਂ ਨਾਲ ਜਿੱਤਦੇ ਹੋਈਏ ਤਾਂ ਸਾਨੂੰ ਹਾਰ ਜਾਣਾ ਚਾਹੀਦਾ। ਪੰਜਾਬ ਦੇ ਸਾਰੇ ਅਖਬਾਰਾਂ 'ਚ ਹੈਡਲਾਈਨਾਂ ਲੱਗੀਆਂ। ਮੈਂ ਦਿੱਲੀ ਕਮੇਟੀ ਦਾ ਪ੍ਰਧਾਨ ਸੀਗਾ। ਇੱਕ ਪਾਸੇ ਡੇਰਾ ਸਾਨੂੰ ਸਪੋਰਟ ਕਰ ਰਿਹਾ, ਇੱਕ ਪਾਸੇ ਪਾਰਟੀ ਦਾ ਸੀਨੀਅਰ ਸਪੋਕਸਪਰਸਨ ਦਿੱਲੀ ਕਮੇਟੀ ਦਾ ਪ੍ਰਧਾਨ, ਅਕਾਲੀ ਦਲ ਦਿੱਲੀ ਦਾ ਪ੍ਰਧਾਨ, ਉਹ ਡਿਫਾਈ ਕਰਦਾ ਪਿਆ ਔਰ ਇਹ ਕਹਿ ਰਿਹਾ ਕਿ ਜਿਹੜੇ ਮੇਰੇ MLA ਉੱਥੇ ਗਏ ਨੇ ਮੈਂ ਉਹਨਾਂ ਨੂੰ ਪੇਸ਼ ਕਰਾਂਗਾ ਅਕਾਲ ਤਖਤ ਦੇ ਉੱਤੇ ਕਿ ਇਹਨਾਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ, ਰੋਟੀ ਬੇਟੀ ਦੀ ਸਾਂਝ ਸਾਡੀ ਕੱਟੀ ਆ। ਸਰ ਸੁਖਬੀਰ ਸਿੰਘ ਬਾਦਲ ਮੈਨੂੰ ਫੋਨ ਕਰਦੇ ਨੇ 3 ਤਰੀਕ ਨੂੰ ਕਿ ਮਨਜੀਤ ਡਿਡ ਯੂ ਹੈਲਡ ਐਨੀ ਪ੍ਰੈਸ ਕਾਨਫਰੰਸ? ਮੈਂ ਕਿਹਾ ਜੀ। ਤੁਸੀਂ ਡੇਰੇ ਦੇ ਖਿਲਾਫ ਬੋਲੇ ਹੋ? ਮੈਂ ਕਿਹਾ ਹਾਂਜੀ ਬੋਲਿਆ ਵਾਂ। ਤੁਸੀਂ ਬੋਰੀ ਬਿਸਤਰਾ ਚੁੱਕੋ ਔਰ ਦਿੱਲੀ ਚਲੇ ਜਾਓ। ਅੱਜ ਤੋਂ ਬਾਅਦ ਤੁਸੀਂ ਕੋਈ ਵੀ ਪ੍ਰੈਸ ਕਾਨਫਰੰਸ ਅਟੈਂਡ ਨਹੀਂ ਕਰੋਗੇ ਔਰ ਤੁਸੀਂ ਪਾਰਟੀ ਦੇ ਸਪੋਕਸਪਰਸਨ ਨਹੀਂ ਹੋ। ਮੈਂ ਉੱਥੋਂ ਦੀ ਵਾਪਸੀ ਕਰ ਲੈਣਾ ਵਾਂ। ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਮੈਂ ਜਾਂਦਾ ਸੀਗਾ, ਉੱਥੇ ਸਿਰਫ ਵਰਬਲ ਕਿਹਾ ਗਿਆ ਜਾਂ ਤੁਹਾਨੂੰ ਪਾਰਟੀ ਦੇ ਸਪੋਕਸਪਰਸਨ ਤੋਂ ਲਾਇਆ ਗਿਆ ਆਫੀਸ਼ੀਅਲੀ? ਨਹੀਂ, ਆਫੀਸ਼ੀਅਲੀ ਕੁਝ ਨਹੀਂ ਕਿਹਾ। ਆਫੀਸ਼ੀਅਲੀ ਕਿੱਦਾਂ ਮੇਰੇ ਨਾਲ ਰਿਸਕ ਲੈ ਸਕਦੇ ਸੀ ਕਿ ਮੈਂ ਦਿੱਲੀ ਆ ਕੇ ਇਹਨਾਂ ਨੂੰ ਫਿਰ ਹੈੱਡ ਕਰਨਾ, ਇਲੈਕਸ਼ਨ ਲੜਨੀ ਹੈ, ਇਹਨਾਂ ਦਾ ਭੋਗ ਦਿੱਲੀ ਪੈ ਜਾਣਾ ਸੀ ਜੇ ਮੈਂ ਉਸ ਵੇਲੇ ਇਹਨਾਂ ਨੂੰ ਛੱਡਦਾ ਤਾਂ। ਲੇਕਿਨ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਕਿਸੇ ਕਿਸਮ ਦੀ ਬਿਆਨਬਾਜ਼ੀ ਨਹੀਂ ਕਰੋਗੇ, ਤੁਸੀਂ ਮਿਹਰਬਾਨੀ ਕਰਕੇ ਕੋਈ ਵੀ ਪ੍ਰੈਸ ਨੂੰ ਐਡਰੈਸ ਨਹੀਂ ਕਰੋਗੇ। ਮੈਂ ਸ਼ੁਕਰ ਕੀਤਾ, ਮੈਂ ਆਪਣਾ ਬਿਸਤਰਾ ਚੁੱਕਿਆ, ਮੈਂ ਦਿੱਲੀ ਆ ਜਾਂਦਾ ਵਾਂ। ਜਦੋਂ ਇਸ ਤੋਂ ਪਿੱਛੇ ਮੈਂ ਚੱਲ ਜਾਵਾਂ, ਜਦੋਂ ਡੇਰੇ ਨੂੰ ਮਾਫੀ ਦਿੱਤੀ ਗਈ ਸੀਗੀ, ਉਦੋਂ ਤੁਸੀਂ ਦੇਖਿਆ ਹੋਣਾ SGPC ਨੇ 90-95 ਲੱਖ ਦੇ ਇਸ਼ਤਿਹਾਰ ਦਿੱਤੇ ਸੀਗੇ। ਮੈਨੂੰ ਮਨਜਿੰਦਰ ਸਿੰਘ ਸਿਰਸਾ ਜਿਹੜਾ ਜਨਰਲ ਸੈਕਟਰੀ ਸੀ ਰੋਜ਼ ਆਖੇ ਕਿ ਸੁਖਬੀਰ ਜੀ ਦਾ ਫੋਨ ਆ ਰਿਹਾ ਕਿ ਉਹ ਇਸ਼ਤਿਹਾਰ ਦਿੱਲੀ ਕਮੇਟੀ ਵੀ ਦੇਵੇ। ਦਿੱਲੀ ਦੇ ਵਿੱਚ ਜਿਹੜੇ ਅਖਬਾਰ ਨੇ ਹਿੰਦੁਸਤਾਨ ਟਾਈਮਸ ਆਫ ਇੰਡੀਆ, ਉਹਨਾਂ ਤੇ ਉਹਨਾਂ ਇਸ਼ਤਿਹਾਰ ਦੇਣਾ ਹੋਵੇ ਤੇ ਮੇਰਾ ਖਿਆਲ 25 ਲੱਖ ਰੁਪਏ ਇੱਕ ਅਖਬਾਰ ਦਾ ਲੱਗ ਜਾਵੇ, ਤੇ ਮੇਰਾ ਤਾਂ 1.5-2 ਕਰੋੜ ਦਾ ਬਜਟ ਬਣਾ ਕੇ ਇਹਨਾਂ ਨੇ ਭੇਜਤਾ। ਮੈਂ ਕਿਹਾ ਮੈਂ ਬਿਲਕੁਲ ਇਹਦੇ ਹੱਕ 'ਚ ਨਹੀਂ ਹਾਂ, ਮੈਂ 1 ਰੁਪਏ ਦਾ ਇਸ਼ਤਿਹਾਰ ਨਹੀਂ ਦਿਆਂਗਾ। ਸੁਖਬੀਰ ਜੀ ਚਾਹੁੰਦੇ ਨੇ ਦੇਣ, ਮੈਨੂੰ ਸਰਸਾ ਕਹਿੰਦਾ। ਮੈਂ ਕਿਹਾ ਸੁਖਬੀਰ ਜੀ ਨੂੰ ਕਹੋ ਮੇਰੇ ਨਾਲ ਗੱਲ ਕਰ ਲੈਣ। ਨਾ ਸੁਖਬੀਰ ਨੇ ਮੇਰੇ ਨਾਲ ਗੱਲ ਕੀਤੀ, ਉਹਨੂੰ ਪਤਾ ਸੀਗਾ ਮੇਰੇ ਸੁਭਾਅ ਦਾ ਕਿ ਮੈਂ ਇਹਨਾਂ ਗੱਲਾਂ ਤੇ ਨਹੀਂ ਮੰਨਾਂਗਾ। ਇਹ ਵੀ ਤਕਲੀਫ ਸੀਗੀ ਕਿ ਮੈਂ ਹਿੰਦੁਸਤਾਨ ਤੋਂ ਬਾਹਰ ਜਾਣਾ ਤੇ ਮੇਰੇ ਕੋਲ 500 ਬੰਦੇ ਤੋਂ ਲੈ ਕੇ 5000 ਬੰਦੇ ਦੀ ਕਨਵੈਨਸ਼ਨ ਮੈਂ ਅਟੈਂਡ ਕੀਤੀ ਹੈ। ਉੱਥੇ ਮੇਰੇ ਤੇ ਜਾਨਲੇਵਾ ਹਮਲੇ ਵੀ ਹੋਏ,
ਉਹਨਾਂ ਨੇ ਕੀਤੇ ਜਿਹੜੇ ISI ਤੋਂ ਪੈਸੇ ਲੈਂਦੇ ਸੀਗੇ। ਮੈਂ ਇਸ ਕਰਕੇ ਬਾਹਰ ਨਿਕਲ ਸਕਦਾ ਸੀ ਕਿ ਮੇਰਾ ਪਿਛੋਕੜ ਜਿਹੜਾ ਸੀਗਾ ਉਹ ਸੰਤਾਂ ਦੀ ਜਹਿਦ ਦੇ ਵਿੱਚ ਜਥੇਦਾਰ ਸਾਹਿਬ ਦਾ ਜੋ ਰੋਲ ਰਿਹਾ ਹੋਵੇ, ਮੇਰੇ ਫਾਦਰ ਦਾ ਸੰਤਾਂ ਦੀ ਗ੍ਰਿਫਤਾਰੀ ਤੇ, ਕਿ ਜਿਸ ਦਿਨ ਗ੍ਰਿਫਤਾਰ ਕਰਕੇ ਸੰਤਾਂ ਨੂੰ ਲਿਜਾ ਰਿਹਾ ਚੌਂਕ ਮਹਿਤੇ ਤੋਂ 3 ਮਿੰਟ ਦਾ ਲੈਕਚਰ ਹੈ ਜਿਹੜਾ ਜਥੇਦਾਰ ਸੰਤੋਖ ਸਿੰਘ ਦੀ ਡੈਥ ਦਾ ਕਾਰਨ ਬਣਿਆ। ਉਹ ਮੇਰਾ ਖਿਆਲ ਹੈ ਉਹਨਾਂ ਦੀ ਗ੍ਰਿਫਤਾਰੀ ਸ਼ਾਇਦ 20 ਸਤੰਬਰ ਨੂੰ ਹੋਈ ਸੀਗੀ 1981 ਨੂੰ, ਇਫ ਆਮ ਨਾਟ ਰੋਂਗ। ਔਰ ਜਥੇਦਾਰ ਜੀ ਗੱਡੀ ਦੇ ਅੱਗੇ ਲੇਟ ਜਾਂਦੇ ਨੇ, ਨੀਲੀ ਅੰਬੈਸਡਰ ਦੇ ਵਿੱਚ ਉਹਨਾਂ ਨੂੰ ਚਹਿਲ SSP ਸੀਗਾ। ਅਖੀਰ ਸੰਤ ਉਤਰਦੇ ਨੇ ਗੱਡੀ ਚੋਂ, ਜਥੇਦਾਰ ਜੀ ਨੂੰ ਆਖਦੇ ਨੇ ਜਥੇਦਾਰ ਜੀ ਮੈਨੂੰ ਰੋਕੋ ਨਾ, ਹੁਣ ਮੈਨੂੰ ਤੁਸੀਂ ਜਾ ਲੈਣ ਦਿਓ। ਔਰ ਮੈਂ ਸਮਝਦਾ ਕਿ ਸਾਡਾ ਜਿਹੜਾ ਪਿਛੋਕੜ ਸੀ, ਇਸ ਕਰਕੇ ਮੈਂ ਜਿਹੜੇ ਵੀ ਅੱਜ ਖਾਲਿਸਤਾਨ ਦਾ ਨਾਅਰਾ ਮਾਰਦੇ ਆ ਨਾ, ਮੈਂ ਉਹਨਾਂ ਨੂੰ ਕਨਫਰਟ ਕਰ ਸਕਦਾ, ਕਿਉਂਕਿ ਸੰਤਾਂ ਦੀ ਜਹਿਦ ਦੇ ਵਿੱਚ ਅਸੀਂ ਰਹੇ ਹਾਂ। ਮੇਰੇ ਪਿਤਾ ਨੇ ਜਾਨ ਗਵਾਈ ਹੈ ਸੰਤਾਂ ਦੇ ਹੱਕ ਦੇ ਵਿੱਚ ਖਲੋਣ ਪਿੱਛੇ। ਮੈਂ ਆਪਣੇ ਤੇ ਬੜੇ ਹਮਲੇ ਕਰਾ ਚੁੱਕਾ। ਇਹਨਾਂ ਨੂੰ ਇਹ ਵੀ ਤਕਲੀਫ ਸੀਗੀ ਕਿ ਅਕਾਲੀ ਲੀਡਰ ਜਿਹੜੇ ਜਾਂਦੇ ਨੇ ਹੋਟਲਾਂ 'ਚ ਬਹਿ ਕੇ ਉੱਥੇ ਜਾਂ ਆਪਣੇ ਪ੍ਰਾਈਵੇਟ ਦੋਸਤਾਂ ਦੇ ਫਾਰਮ ਤੇ ਰਹਿ ਕੇ ਆ ਜਾਂਦੇ, ਕੋਈ ਜ਼ਰੂਰਤ ਨਹੀਂ ਕਰਦਾ ਸੀ ਬਾਹਰ ਪਬਲਿਕ ਨੂੰ ਅਟੈਂਡ ਕਰਨ ਦੀ, ਉਹ ਮੈਂ ਹੀ ਕਰ ਸਕਦਾ ਸੀਗਾ। ਸੋ ਦੇਰ ਆਰ ਮੈਨੀ ਰੀਜ਼ਨਸ ਕਿ ਮਨਜੀਤ ਸਿੰਘ ਅਸੀਂ ਪੰਜਾਬ 'ਚ ਹਾਰ ਗਏ 2017 'ਚ, ਇਹ ਸਾਡੀ ਫੋਟੋ ਤੋਂ ਬਗੈਰ ਦਿੱਲੀ 'ਚ ਜਿੱਤ ਗਿਆ। ਇਹਨਾਂ ਨੇ ਕੋਈ ਲੀਡਰ ਨਹੀਂ ਖੜਾ ਹੋਣ ਦੇਣਾ, ਔਰ ਇਸ ਲਈ ਮੇਰੇ ਤੇ ਕੇਸ ਪਾਏ ਜਾਂਦੇ ਨੇ, ਮੇਰੇ ਤੇ ਮੁਕੱਦਮੇ ਬਣਾਏ ਜਾਂਦੇ ਨੇ। ਸਰਸਾ ਮਜੀਠੀਆ ਐਂਡ ਸੁਖਬੀਰ ਦੀ ਜੁੰਡਲੀ ਜਿਹੜੀ ਹੈ ਉਹ ਮਨਜੀਤ ਸਿੰਘ ਨੂੰ ਖਤਮ ਕਰਨ ਲੱਗਦੀ ਹੈ। ਜਿਸ ਦਿਨ ਮੇਰੇ ਖਿਲਾਫ ਪਹਿਲੀ ਕੰਪਲੇਂਟ ਹੁੰਦੀ ਹੈ, ਮੈਂ ਅਸਤੀਫਾ ਦੇ ਕੇ ਬਾਹਰ ਆ ਜਾਣਾ, ਮੇਰੇ ਤੇ FIR ਨਹੀਂ ਹੁੰਦੀ। ਸਰਸਾ ਸਾਹਿਬ ਤੇ 2 FIR ਹੋ ਚੁੱਕੀਆਂ, 3 ਹੋਣ ਨੂੰ ਨਵੀਆਂ ਖੜੀਆਂ ਨੇ। ਸਰਸਾ ਸਾਹਿਬ ਨੇ ਅਸਤੀਫਾ ਕਿਉਂ ਨਹੀਂ ਦਿੱਤਾ? ਮੇਰੇ ਤੋਂ ਪਹਿਲੇ ਪ੍ਰਧਾਨ ਸਰਨਾ ਸਾਹਿਬ ਰਹਿ ਚੁੱਕੇ ਆ, ਉਹਨਾਂ ਨੇ ਅਸਤੀਫਾ ਕਿਉਂ ਨਹੀਂ ਦਿੱਤਾ? ਉਹਨਾਂ ਦੇ 4 FIR ਹੋਈਆਂ ਸੀਗੀਆਂ। ਮੈਂ ਸਮਝਦਾ ਵਾਂ ਕਿ ਮੈਂ ਆਪਣਾ ਜ਼ਮੀਰ ਦੀ ਆਵਾਜ਼ ਸੁਣੀ ਔਰ ਮੈਂ ਬਾਹਰ ਆਇਆ। ਤੁਸੀਂ ਆਖਿਆ ਕਿ ਕਾਫਲਾ ਲੁੱਟਿਆ ਕਿਉਂ ਆ, ਇਹ ਕਾਫਲੇ ਦਾ ਮੈਂ ਕੁਝ ਤੁਹਾਨੂੰ ਰੀਜ਼ਨਸ ਦੱਸੇ ਆ। ਥੋੜੇ ਜਜ਼ਬਾਤੀ ਹੋ ਜਾਂਦੇ ਹੋ, ਕਿਉਂਕਿ ਮੈਂ ਦੇਖਿਆ ਕਿ ਜਦੋਂ ਤੁਸੀਂ ਪ੍ਰਧਾਨ ਹੁੰਦੇ ਸੀ ਉਦੋਂ ਇੱਕ ਬਾਡੀ ਲੈਂਗੁਏਜ ਬੜੀ ਵੱਖਰੀ ਹੁੰਦੀ ਸੀ, ਹੁਣ ਮੈਂ ਦੇਖਦਾ ਕਿ ਕਈ ਵਾਰ ਇਮੋਸ਼ਨਲ ਦੇਖਦਾ ਤੁਹਾਨੂੰ ਮੈਂ। ਇੱਦਾਂ ਤੁਸੀਂ ਜਦੋਂ ਮੈਂ ਪ੍ਰਧਾਨ ਰਹਿੰਦਾ ਸੀਗਾ ਉਸ ਵੇਲੇ ਵੀ ਜਦੋਂ ਕੋਈ ਐਸਾ ਇਸ਼ੂ ਆ ਜਾਂਦਾ ਸੀ, ਇੱਕ ਵਾਰੀ ਇਸ਼ੂ ਆਇਆ RSS ਨੇ ਬਿਆਨ ਦੇ ਦਿੱਤਾ ਕਿ 5ਵੇਂ ਪਾਤਸ਼ਾਹ ਦੀ ਜਿਹੜੀ ਅਸੀਂ ਹਿਸਟਰੀ ਹੈ ਉਹ ਰੀਰਾਈਟ ਕਰਾਂਗੇ। ਹੁਣ ਤੁਸੀਂ ਸੋਚੋ, ਬਾਦਲ ਸਾਹਿਬ ਮੱਥੇ ਟੇਕਦੇ ਪਏ ਨੇ RSS ਦੇ ਚੀਫ ਦੇ ਜਾ ਕੇ, ਔਰ ਮੈਂ ਦਿੱਲੀ ਕਮੇਟੀ ਦਾ ਪ੍ਰਧਾਨ ਹਾਂ, ਪਾਰਟੀ ਦਾ ਸਪੋਕਸਪਰਸਨ ਹਾਂ। ਮੈਂ ਇਮੀਡੀਏਟਲੀ ਪ੍ਰੈਸ ਕਾਨਫਰੰਸ ਬੁਲਾਈ ਔਰ ਮੈਂ ਠੋਕ ਦਿੱਤਾ RSS ਨੂੰ। ਇਹ ਮੈਂ ਕਹਿ ਸਕਦਾ ਕਿ 6 ਸਾਲਾਂ 'ਚ ਮੇਰੀ ਪ੍ਰਧਾਨਗੀ 'ਚ ਮੈਨੂੰ ਕਦੀ RSS ਦਾ ਕੋਈ ਮੈਸੇਜ ਨਹੀਂ ਆਇਆ, ਲੇਕਿਨ ਜੇ ਉਹਨਾਂ ਨੇ ਅਖਬਾਰਾਂ ਦੇ ਵਿੱਚ ਇਹ ਬਿਆਨ ਦਿੱਤਾ ਕਿ ਸਾਡੀ ਹਿਸਟਰੀ ਉਹ ਲਿਖਣਗੇ, ਹੂ ਆਰ ਦੇ ਟੂ ਰਾਈਟ। ਅਕਾਲ ਤਖਤ ਸਾਹਿਬ ਸਾਡੇ ਹਿਸਟੋਰੀਅਨ, ਸਿੱਖ ਹਿਸਟੋਰੀਅਨ, ਉਹ ਸਾਡੀ ਹਿਸਟਰੀ ਲਿਖ ਸਕਦੇ ਆ। ਮੈਂ ਸਮਝਦਾ ਕਿ ਜਦੋਂ ਇਹੋ ਜਿਹਾ ਇਸ਼ੂ ਆਉਂਦਾ, ਮੈਂ ਵੈਸੇ ਠੰਡੀ ਤਬੀਅਤ 'ਚ ਰਹਿੰਦਾ, ਲੇਕਿਨ ਜਦੋਂ ਇਹੋ ਜਿਹਾ ਇਸ਼ੂ ਆਉਂਦਾ, ਸੱਜਣ ਕੁਮਾਰ ਨੂੰ ਅੰਦਰ ਕਰਾਉਣਾ ਸੀਗਾ ਤਾਂ ਅਸੀਂ ਤੁਹਾਨੂੰ ਫੜਿਆ ਨਾ ਜਾ ਕੇ, ਭਾਵੇਂ ਮਨਮੋਹਨ ਸਿੰਘ ਤੇ ਭਾਵੇਂ ਸੋਨੀਆ ਗਾਂਧੀ ਸੀ, ਉਹਨਾਂ ਦੇ ਰਾਜ 'ਚ ਮੈਂ ਅਪੀਲ ਕਰਾਈ। ਉਹ ਲੰਬਾ ਹੋ ਜਾਏਗਾ ਜੇ ਮੈਂ ਉਸ ਪਾਸੇ ਤੁਰਾਂਗਾ। ਸੱਜਣ ਕੁਮਾਰ ਕਿੱਦਾਂ ਅੰਦਰ ਚਲੇ ਗਿਆ? ਅਗਰ ਇਹ ਮੇਰੇ 'ਚ ਐਗਰੈਸ਼ਨ ਨਾ ਹੋਵੇ, ਅਗਰ ਇਹ ਮੇਰੇ 'ਚ ਐਗਰੈਸ਼ਨ ਨਾ ਹੋਵੇ ਤੇ ਫਿਰ ਇਹ 84 ਦੀ ਕੰਧ ਨਹੀਂ ਬਣ ਸਕਦੀ ਸੀ। ਸੱਜਣ ਕੁਮਾਰ ਅੰਦਰ ਨਹੀਂ ਜਾ ਸਕਦਾ ਸੀ, ਬਲੈਕ ਲਿਸਟ ਮਾਫ ਨਹੀਂ ਕੀਤੀ ਜਾ ਸਕਦੀ ਸੀਗੀ, ਐਡਵਰਸ ਲਿਸਟ ਨਹੀਂ ਖਤਮ ਕੀਤੀ ਜਾ ਸਕਦੀ ਸੀ। ਨਾਮ ਲੈਂਦੇ ਚਲੋ ਕੁੱਕੀ ਗਿੱਲ ਹੋਰਾਂ ਦਾ ਨਾਮ ਲੈ ਲਓ, ਤੁਸੀਂ ਭੁੱਲਰ, ਪ੍ਰੋਫੈਸਰ ਭੁੱਲਰ ਦਾ ਨਾਮ ਲੈ ਲਓ, ਤੁਸੀਂ ਹਾਈਜੈਕਰ ਦਾ ਨਾਮ ਲੈ ਲਓ ਆਪਣੇ ਪੌਂਟਾ ਸਾਹਿਬ ਵਾਲਿਆਂ ਦਾ। ਇਹ ਬੰਦਿਆਂ ਨੂੰ ਤੁਸੀਂ ਰਾਜਾ ਵੜਿੰਗ ਸਾਹਿਬ ਨੂੰ ਪੁੱਛੋ, ਤੁਸੀਂ ਹੋਰ ਛੱਡੋ। ਤੁਸੀਂ ਜੇਲ੍ਹ 'ਚ ਅੱਜ ਲਾਹੌਰੀਆ ਸਾਹਿਬ ਬੈਠੇ ਆ, ਅੱਜ ਜੇਲ੍ਹ ਦੇ ਵਿੱਚ ਆਪਣੇ ਜਿਹੜੇ ਜਥੇਦਾਰ ਇਹਨਾਂ ਨੇ ਬਣਾਏ ਨੇ, ਇਹਨਾਂ ਨੇ ਦੂਜੇ ਪਾਰਟੀ ਨੇ, ਉਹਨਾਂ ਨੂੰ ਜਾ ਕੇ ਪੁੱਛੋ ਕਿ ਮਨਜੀਤ ਸਿੰਘ ਉਹਨਾਂ ਦੇ ਮੁਕੱਦਮੇ ਕਿੱਦਾਂ ਲੜਦਾ ਰਿਹਾ। ਜੇਲ੍ਹ 'ਚ ਕਿਸੇ ਨਾਲ ਵੀ ਤਸ਼ੱਦਦ ਹੋਇਆ ਹੋਵੇ, ਮੈਂ ਸਰਕਾਰਾਂ ਦੇ ਖਿਲਾਫ ਲੜਿਆ। ਅਗਰੈਸ਼ਨ ਆਂਦਾ ਜਦੋਂ ਮੇਰੇ ਤੇ ਕੋਈ ਚੋਭ ਮਾਰੇਗਾ, ਤੇ ਜੇ ਮੇਰੇ 'ਚ ਅਗਰੈਸ਼ਨ ਨਹੀਂ ਆਏਗਾ ਤੇ ਮੈਂ ਸਮਝਦਾ ਵਾਂ ਫਿਰ ਕਿਤੇ ਨਾ ਕਿਤੇ ਮੇਰਾ ਜ਼ਮੀਰ ਮਰਦਾ, ਅਗਰੈਸ਼ਨ ਚਾਹੁੰਦਾ ਵਾਂ। ਮੈਂ ਇਸ ਤਸਵੀਰ ਵੱਲ ਵਾਪਸ ਆਉਣਾ ਚਾਹੁੰਦਾ। ਇਹ ਤਸਵੀਰ ਕਦੋਂ ਦੀ ਹੈ ਜੀ? ਜਿਹੜੀ ਇਹ ਤਸਵੀਰ ਹੈ ਇਹ 7 ਜੂਨ ਨੂੰ ਛਪਦੀ ਹੈ ਅਖਬਾਰ ਦੇ ਵਿੱਚ, ਸੰਤਾਂ ਦੇ ਨਾਲ ਤੁਹਾਡੀ ਫੋਟੋ ਹੈ, ਤੁਸੀਂ ਕਿਸੇ ਛੱਤ ਦੇ ਉੱਤੇ, ਮੇਰੇ ਖਿਆਲ ਇਹ ਦਰਬਾਰ ਸਾਹਿਬ ਗੁਰੂ ਨਾਨਕ ਨਿਵਾਸ ਦੇ ਉੱਪਰ ਖੜੇ ਹੋ। ਇਹ ਮੁਲਾਕਾਤ ਕਦੋਂ ਦੀ ਹੈ? ਇਹ ਗੋਲਡਨ ਟੈਂਪਲ ਐਕਸ਼ਨ ਤੋਂ ਮੈਂ ਇੱਕ ਇਤਿਹਾਸ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਜਿਹੜੀ ਮੈਂ ਹਾਲੇ ਤੱਕ ਤੁਹਾਡੇ ਨਾਲ ਗੱਲ ਨਹੀਂ ਕੀਤੀ। ਇਹ ਗੋਲਡਨ ਟੈਂਪਲ ਐਕਸ਼ਨ ਤੋਂ ਕੁਝ ਦਿਨ ਪਹਿਲੇ ਦੀ ਫੋਟੋ ਹੈ, ਜਦੋਂ ਮੈਨੂੰ ਨਜ਼ਰ ਆ ਗਿਆ ਦਿੱਲੀ ਦੇ ਵਿੱਚ ਕਿ ਜੋ ਹਾਲਾਤ ਨੇ, ਜਿਵੇਂ ਏਜੰਸੀਆਂ ਸਾਨੂੰ ਘੇਰਦੀਆਂ ਪਈਆਂ ਸੀਗੀਆਂ, ਕਿ ਇਹ ਇਸ ਵੇਲੇ ਸਰਕਾਰ ਜਿਹੜੀ ਹੈ ਹਮਲੇ ਦੀ ਤਿਆਰੀ ਕਰ ਰਹੀ ਹੈ। ਅੱਜ ਮੈਂ ਪਹਿਲੀ ਦਫਾ ਉਹ ਡਾਇਲੌਗ ਜੋ ਮੇਰਾ ਸੰਤਾਂ ਦੇ ਨਾਲ ਹੋਇਆ, ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਜਦੋਂ ਮੈਂ ਸੰਤਾਂ ਕੋਲ ਗਿਆ, ਮੈਂ ਸੰਤਾਂ ਕੋਲ 2 ਵਾਰੀ ਗਿਆ, 2 ਵਾਰੀ ਮੇਰਾ ਝਗੜਾ ਹੋਇਆ। ਪਹਿਲਾ ਹੋਇਆ ਜਦੋਂ ਭਾਈ ਅਮਰੀਕ ਸਿੰਘ ਦੀ ਮਾਤਾ ਨੂੰ ਫੜ ਲਿਆ। ਬੱਸ ਮੁਕਤਸਰ ਸੀਗੀ, ਉਹ ਬੱਸ
ਫੜ ਲਈ ਭਾਈ ਅਮਰੀਕ ਸਿੰਘ ਦੀ ਮਾਤਾ ਨੂੰ, ਮਤਲਬ ਵੱਡੇ ਸੰਤਾਂ ਨੂੰ, ਸੰਤਾਂ ਤੋਂ ਪਹਿਲੇ ਸੰਤ ਕਰਤਾਰ ਸਿੰਘ, ਅਗਰ ਮੈਂ ਨਾਮ ਗਲਤ ਨਹੀਂ ਲੈ ਰਿਹਾ, ਉਹਨਾਂ ਦੀ ਮਾਤਾ ਨੂੰ ਅਰੈਸਟ ਕਰ ਲੈਂਦੇ ਨੇ। ਸੰਤ ਇੱਕ ਬਿਆਨ ਦਿੰਦੇ ਨੇ ਕਿ ਜੇ 24 ਘੰਟਿਆਂ 'ਚ ਮਾਤਾ ਨੂੰ ਨਾ ਛੱਡਿਆ ਗਿਆ ਤੇ ਮੈਂ 5000 ਹਿੰਦੂ ਮਾਰ ਦਿਆਂਗਾ। ਮੈਂ ਵਰਡ ਯੂਜ਼ ਕਰ ਰਿਹਾ, ਜਿਹੜਾ ਧਿਆਨ ਰੱਖਣਾ। ਮੈਂ ਗੱਡੀ ਦਿੱਲੀ ਚੁੱਕਿਓ, ਮੈਂ ਸੰਤਾਂ ਕੋਲ ਚਲੇ ਗਿਆ। ਮੈਂ ਜਾ ਕੇ ਆਖਿਆ, ਮੈਂ ਕਿ ਸੰਤ ਜੀ ਤੁਸੀਂ ਇਹ ਬਿਆਨ ਗਲਤ ਦਿੱਤਾ ਹੈ। ਇਹ ਬਿਆਨ ਸੰਤਾਂ ਨੇ ਦਿੱਤਾ ਆਫੀਸ਼ੀਅਲ ਦਿੱਤਾ, ਅਖਬਾਰਾਂ 'ਚ ਕੀ ਤੇ ਰੇਡੀਓ ਤੇ ਕੀ। ਮੈਂ ਕਿਹਾ ਸੰਤ ਜੀ ਇਹ ਤੁਸੀਂ ਕਿੱਦਾਂ ਗੱਲ ਕਹਿ ਦਿੱਤੀ? ਤੁਸੀਂ ਕਹੋ ਮੈਂ 5000 ਪੁਲਿਸ ਵਾਲਾ ਮਾਰੂੰਗਾ ਜਾਂ ਮੈਂ 5000 ਕਾਂਗਰਸੀ ਮਾਰ ਦੂੰਗਾ, ਤੁਸੀਂ ਹਿੰਦੂ ਵਰਡ ਕਿੱਦਾਂ ਯੂਜ਼ ਕਰ ਲਿਆ? ਤੁਸੀਂ ਬਾਹਰਲੇ ਸਿੱਖਾਂ ਦਾ ਬਿਆਨਾ ਫੜ ਲਿਆ, ਤੁਸੀਂ ਸਾਨੂੰ ਮਰਵਾਉਣਾ ਚਾਹਦੇ ਹੋ। ਬੜੀ ਮੇਰੀ ਸੰਤਾਂ ਨਾਲ ਗਰਮ ਡਿਬੇਟ ਹੋਈ। ਉਸ ਵੇਲੇ ਮੇਰੇ ਦੋਸਤ ਕੁਝ ਨਾਲ ਸੀ, ਉਹ ਮੈਨੂੰ ਕਹਿੰਦੇ ਮਨਜੀਤ ਅੱਜ ਤੂੰ ਬਚੇਗਾ ਨਹੀਂ। ਮੈਂ ਕਿਹਾ ਕਿਉਂ? ਉਦੋਂ ਮਟਕਾ ਮਸ਼ਹੂਰ ਸੀ। ਕਹਿੰਦੇ ਸੰਤਾਂ ਨੇ ਤੇਰੀ ਪਰਚੀ ਲਿਖ ਕੇ ਮਟਕੇ 'ਚ ਪਾ ਦਿੱਤੀ ਹੋਣੀ। ਮੈਂ ਕਿਹਾ ਨਹੀਂ, ਸੰਤਾਂ ਦਾ ਮੇਰਾ ਜੋ ਪਿਆਰ ਹੈ, ਜੋ ਮੇਰੀ ਸਾਂਝ ਹੈ, ਉਹ ਨਿਰੰਕਾਰੀ ਇਸ਼ੂ 'ਚ ਮੇਰੇ ਪਰਿਵਾਰ ਨੇ ਤੇ ਸੰਤਾਂ ਨੇ ਤੇ ਭਾਈ ਰਣਜੀਤ ਸਿੰਘ ਨੇ ਜੋ ਕੁਰਬਾਨੀਆਂ, ਇਹ ਕੋਈ ਭੁੱਲ ਨਹੀਂ ਸਕਦਾ। ਮੈਂ ਉਸ ਪਾਸੇ ਨਹੀਂ ਚੱਲਦਾ। ਮੈਂ ਕਿਹਾ ਲੇਕਿਨ ਸੰਤਾਂ ਨੂੰ ਇਹ ਗੱਲ ਜ਼ਰੂਰ ਸਮਝ ਆਏਗੀ। ਇੱਕ ਵਾਰੀ ਮੈਂ ਦੁਬਾਰਾ ਗਿਆ, ਮੈਨੂੰ ਇੱਕ ਚਿੱਠੀ ਆ ਜਾਂਦੀ ਹੈ। ਸੰਤਾਂ ਨੇ ਆਖਿਆ ਕਿ ਬਿਲਕੁਲ ਠੀਕ ਕਹਿ ਰਿਹਾ, ਇਹ ਹਿੰਦੂ ਵਰਡ ਮੈਂ ਗੁੱਸੇ 'ਚ ਆ ਕੇ ਬੋਲ ਗਿਆ ਵਾ। ਫਿਰ ਇੱਕ ਵਾਰੀ ਮੈਨੂੰ ਚਿੱਠੀ ਆਉਂਦੀ ਹੈ ਖਾਲਿਸਤਾਨ ਕਮਾਂਡੋ ਫੋਰਸ ਦੀ ਕਿ ਜਿੱਦਾਂ ਤੇਰਾ ਪਿਓ ਮਾਰਿਆ, ਜੇ 50,000 ਰੁਪਇਆ ਤੂੰ ਅੰਮ੍ਰਿਤਸਰ ਆਪਣੀ ਫੈਕਟਰੀ, ਸਾਡੀ ਫੈਕਟਰੀ ਹੁੰਦੀ ਸੀ, ਉਹਦੇ ਪਿੱਛੇ ਚੂਨੇ 'ਚ ਨਹੀਂ ਦਬਿਆ ਤੇ ਮੈਂ ਤੈਨੂੰ ਤੇਰਾ ਵੀ ਉਹੀ ਹਾਲ ਕਰਾਂਗੇ ਜੋ ਤੇਰੇ ਪਿਓ ਦਾ ਹੋਇਆ। ਮੈਂ ਸੰਤਾਂ ਕੋਲ ਚਲੇ ਗਿਆ। ਮੈਂ ਕਿਹਾ ਸੰਤ ਜੀ ਮੇਰਾ ਉਹਨਾਂ ਨਾਲ ਪਿਆਰ ਸੀ। ਮੈਂ ਕਿਹਾ ਸੰਤ ਜੀ ਇਹ ਚਿੱਠੀ ਆਈ ਹੈ, ਇਹ ਖਾਲਿਸਤਾਨ ਮਤਲਬ ਸੌਰੀ ਭਿੰਡਰਾਂਵਾਲਾ ਕਮਾਂਡੋ ਫੋਰਸ, ਇਹ 50,000 ਰੁਪਇਆ ਤੁਹਾਨੂੰ ਦੇਣਾ, ਕੋਈ ਚੂਨੇ 'ਚ ਦਬਣਾ। ਮੈਨੂੰ ਕਹਿੰਦੇ ਅੱਜ ਤੂੰ ਵਾਪਸ ਨਹੀਂ ਜਾਏਗਾ। ਮੈਂ ਕਿਹਾ ਸੰਤ ਜੀ ਕਿਉਂ? ਮੈਂ 50,000 ਦੇਣ ਨੂੰ ਤਿਆਰ ਹਾਂ। ਮਜ਼ਾਕ ਚੱਲ ਰਿਹਾ ਸੀ। ਕਹਿੰਦੇ ਨਹੀਂ, ਅੱਜ ਤੂੰ ਨਾ, ਸ਼ਾਮੀ ਗ੍ਰਿਫਤਾਰੀ ਹੁੰਦੀ ਸੀਗੀ ਔਰ ਰੋਜ਼ ਐਡਰੈਸ ਕਰਦੇ ਸੀਗੇ ਮੰਜੀ ਸਾਹਿਬ ਹਾਲ 'ਚ। ਕਿਹੜੇ ਸੰਨ ਦੀ ਗੱਲ ਹੈ ਇਹ? 83-84 ਦੇ ਸ਼ੁਰੂ 'ਚ, 83 ਦੇ ਅਖੀਰ 'ਚ ਹੋਣੀ। ਕਹਿੰਦੇ ਅੱਜ ਤੂੰ ਵਾਪਸ ਨਹੀਂ ਜਾਏਗਾ। ਮੈਂ ਕਿਹਾ ਠੀਕ ਹੈ। ਤੇ ਜਦੋਂ ਮੈਂ ਸਟੇਜ 'ਤੇ ਉਹਨਾਂ ਨਾਲ ਬੈਠਾ, ਕਹਿੰਦਾ ਆਹ ਸੰਤੋਖ ਸਿੰਘ ਦਾ ਪੁੱਤਰ ਮਨਜੀਤ ਸਿੰਘ ਆਇਆ, ਇਹਦੇ ਚਿੱਠੀ ਦਿਖਾਓ ਮੈਨੂੰ। ਕਹਿੰਦਾ ਚਿੱਠੀ ਇਹਨੂੰ ਗਈ ਹੈ ਮੇਰੇ ਨਾਂ 'ਤੇ। ਇੱਕ ਗੱਲ ਇਹ ਸੋਚ ਲਓ, ਜਿਹੜੀ ਸੰਤਾਂ ਦੇ ਇਲਜ਼ਾਮ ਲਾਉਂਦੇ ਸੀ ਨਾ, ਸੰਤਾਂ ਨੇ ਕਦੀ ਜ਼ਿੰਦਗੀ 'ਚ ਐਸਾ ਕੰਮ ਨਹੀਂ ਕੀਤਾ। ਉਹਨਾਂ ਆਖਿਆ ਆਹ ਜਿਹੜੀ ਚਿੱਠੀ ਜਿਹੜੇ ਵੀ ਪਾ ਰਹੇ ਨੇ, ਇਹ ਜਿਹਨੂੰ ਆ ਜਾਵੇ ਚਿੱਠੀ ਮੇਰੇ ਕੋਲ ਲੈਣਾ, ਲੱਭਣਾ ਮੈਨੂੰ ਆਉਂਦਾ ਹੈ ਔਰ ਮੈਂ ਇਹ ਬੰਦੇ ਲੱਭਾਂਗਾ ਜਿਹੜੇ ਮੇਰੇ ਨਾਂ 'ਤੇ ਇੱਦਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਪੈਸੇ ਵੱਟ ਰਹੇ ਨੇ। ਇਹ 10 ਨੰਬਰੀ ਜਾਂ ਏਜੰਸੀਆਂ ਦੇ ਬੰਦੇ ਜਾਂ ਸਰਕਾਰ ਦੇ ਬੰਦੇ, ਇਹਨਾਂ ਨੂੰ ਮੈਂ ਆਪ ਸੋਧਾਂਗਾ। ਕਿਸੇ ਨੂੰ ਦੀਵਾਨੀ ਦੇਣ ਦੀ ਲੋੜ ਨਹੀਂ। ਜਿਹਦੇ ਕੋਲ ਚਿੱਠੀ ਆ ਜਾਓ ਸਿੱਧੇ ਮੇਰੇ ਕੋਲ ਆ ਜਾਣ, ਕਿਸੇ ਹੋਰ ਕੋਲ ਨਾ ਜਾਣਾ। ਔਨ ਰਿਕਾਰਡ ਸੰਤਾਂ ਨੇ ਇਹ ਗੱਲ ਕੀਤੀ। ਆਖਰੀ ਮੁਲਾਕਾਤ ਤੁਸੀਂ ਇਹ ਪੁੱਛੀ ਹੈ, ਜਿਹੜੀ ਇਹ ਤਸਵੀਰ ਹੈ, ਜਿਹੜੀ ਇਹ ਮੁਲਾਕਾਤ ਕਿਹੜੀ ਸੀ? ਇਹ ਬੜੀ ਇੰਪੋਰਟੈਂਟ ਮੁਲਾਕਾਤ ਸੀ। ਮੈਂ ਸੰਤਾਂ ਕੋਲ ਜਾਣਾ, ਮੈਨੂੰ ਇਨਫੋਰਮੇਸ਼ਨ ਮਿਲ ਗਈ ਕਿਉਂਕਿ ਮੈਂ ਸੰਤਾਂ ਨੂੰ 1982 'ਚ 15 ਦਿਨ ਲਈ ਦਿੱਲੀ ਵੀ ਲੈ ਕੇ ਆਇਆ ਸੀਗਾ। ਦਿੱਲੀ ਅਲੱਗ-ਅਲੱਗ ਜਗ੍ਹਾ 'ਤੇ ਉਹਨਾਂ ਦੇ ਕੀਰਤਨ ਦਰਬਾਰ ਕਰਾਏ। ਇੰਦਰਾ ਗਾਂਧੀ ਉਸ ਵੇਲੇ ਜੀਂਦੀ ਸੀ। इंदिरा गांधी ने मैंने बुला के आख्या कि संत जी को तुम लेके आए हो। मैं कहा जी मुझे क्या पता, संत जी तो आए हैं प्रचार करने, हमारी परिवार की दोस्ती है, मैं सारे प्रोग्राम उनके ऑर्गेनाइज कर रहा हूँ। इंदिरा ਨੂੰ तकलीफ सी कि संत जी 250 ਬੰਦਾ ਜਿਹੜਾ ਬੱਸਾਂ ਦੇ ਉੱਤੇ ਛੱਤਾਂ ਤੇ ਬਿਠਾ ਕੇ ਚੱਲਦੇ ਆ, ਬੰਦੂਕਾਂ ਵਾਲੇ ਕਰਬਾਈਨਾਂ ਵਾਲੇ, ਉਹ ਬੜੀ ਤਕਲੀਫ ਸੀ। ਇੱਕ ਪਾਸੇ ਲੜਾਈ ਸੀ ਦਰਬਾਰਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਦੀ। ਦਰਬਾਰਾ ਸਿੰਘ ਮੁੱਖ ਮੰਤਰੀ ਸੀ, ਗਿਆਨੀ ਜ਼ੈਲ ਸਿੰਘ ਹੋਮ ਮਿਨਿਸਟਰ ਸੀ। ਰੋਜ਼ ਗਿਆਨੀ ਜੀ ਇੱਕ ਬਿਆਨ ਦਿੰਦੇ ਸੀ ਕਿ ਦਰਬਾਰਾ ਸਿੰਘ ਵੀਕ ਚੀਫ ਮਿਨਿਸਟਰ ਹੈ, ਸੰਤ ਨੂੰ ਫੜ ਨਹੀਂ ਸਕਦਾ। ਉੱਥੋਂ ਦਰਬਾਰਾ ਸਿੰਘ ਹੋਰਾਂ ਨੇ ਬਿਆਨ ਲਵਾਉਣੇ ਸ਼ੁਰੂ ਕਰਤੇ ਪੰਜਾਬ ਦੀ ਅਖਬਾਰਾਂ 'ਚ ਕਿ ਦਿੱਲੀ 'ਚ ਤੁਹਾਡੀ ਛਾਤੀ ਦੇ ਉੱਤੇ ਤੁਰਿਆ ਫਿਰਦਾ ਹੋਮ ਮਿਨਿਸਟਰ, ਨੂੰ ਕਿਉਂ ਨਹੀਂ ਉਹਨੂੰ ਹੱਥ ਪਾਉਂਦਾ। ਮੈਨੂੰ ਇੰਦਰਾ ਗਾਂਧੀ ਨੇ ਬੁਲਾਇਆ, ਮੈਨੂੰ ਆਖਿਆ ਕਿ ਇਹ ਤੂੰ ਲੈ ਕੇ ਆਇਆ। ਮੈਂ ਕਿਹਾ ਜੀ ਮੇਰੇ ਖਿਲਾਫ ਬੜੇ ਕੰਮ ਤੁਹਾਡੀਆਂ ਏਜੰਸੀਆਂ ਕਰਦੀਆਂ ਨੇ, ਸੰਤ ਜੀ ਮੇਰੇ ਪਿਤਾ ਦੇ ਦੋਸਤ ਨੇ ਔਰ ਇਹ ਜਿੱਥੇ ਕੀਰਤਨ ਦਰਬਾਰ ਕਰ ਰਹੇ ਨੇ ਮੈਂ ਆਰਗੇਨਾਈਜ਼ ਕਰ ਰਿਹਾ, ਲੇਕਿਨ ਸੰਤ ਮੇਰੇ ਬੁਲਾਏ ਤੇ ਨਹੀਂ ਆਏ, ਸੰਤਾਂ ਨੇ ਆਪਣਾ ਪ੍ਰੋਗਰਾਮ ਆਪ ਦਿੱਤਾ, ਅਸੀਂ ਉਹਨਾਂ ਨੂੰ ਸਪੋर्ट कर रहे हैं। तो इंदिरा गांधी मैनू आखदी है कि संत जी को ये बोलिए कि बसों के ऊपर 250 बंदूकों वाले मत बिठाए, दिल्ली में हमारा जुलूस निकलता है। मैं कहा मैडम मैनू नहीं पता मेरी गल मनणगे नहीं मनणगे, लेकिन मैं उन्होंने जाके जरूर तुहाडी गल करांगा। मैं संत जी नाल गल कीती ते संत जी कहंदे मैं तो सिर्फ दिल्ली वालियां नूं दस्सण आया कि असीं जींदे हाँ, असीं तुहाडी छाती ते तुरे फिरदे हाँ। तो मैं कहा संत जी तुसीं किरपा करके 5-5 बंदे बिठा लिया करो बस, ते बाकी अंदर बैठ दिओ। ਕਹਿੰਦੇ ਕੋਈ ਨਹੀਂ ਅਸੀਂ ਇਦਾਂ ਕਰ ਲਵਾਂਗੇ। ਇਹ ਜਿਹੜੀ
ਦਰਬਾਰ ਸਾਹਿਬ ਐਕਸ਼ਨ ਤੋਂ ਜਾਂ ਦਰਬਾਰ ਮੋਰਚਾ ਲੱਗਣ ਤੋਂ ਪਹਿਲੇ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ, ਜਦੋਂ ਹਲੇ ਧਰਮਯੁੱਧ ਮੋਰਚਾ ਨਹੀਂ ਲੱਗਾ ਸੀ। ਹੁਣ ਗੱਲ ਆ ਜਾਵਾਂ ਫੋਟੋ ਤੇ। ਜਦੋਂ ਮੈਂ ਸੰਤ ਜੀ ਨੂੰ ਮਿਲਣ ਗਿਆ, ਆਖਰੀ ਮੁਲਾਕਾਤ ਮੇਰੀ, ਤੇ ਮੈਂ ਦੇਖਿਆ ਕਿ ਸੰਤ ਜੀ ਦੇ ਪਿੱਛੇ ਇੱਕ ਸਿੰਘ ਖੜਾ, ਉਸਨੇ ਨਾ ਬਹੁਤ ਵੱਡੀ ਮਸ਼ੀਨ ਗਨ ਚੁੱਕੀ ਹੋਈ, ਔਰ ਦੋਵੇਂ ਪਾਸੇ ਨਾ ਜਿਹੜੀਆਂ ਉਹਦੀਆਂ ਗੋਲੀਆਂ ਦੇ ਪਟੇ ਘੁੰਮਦੇ ਪਏ। ਜਨਰਲ ਸ਼ੁਬੇਗ ਸਿੰਘ ਬੈਠੇ, ਹੋਰ ਹਥਿਆਰ ਮੈਂ ਦੇਖ ਰਿਹਾ ਸੀਗਾ ਕਿ ਐਸੇ ਐਸੇ ਹਥਿਆਰ ਜਿਹੜੇ ਮੈਂ ਕਦੀ ਪਹਿਲੇ ਨਹੀਂ ਦੇਖੇ ਸੀ, ਕਿਉਂਕਿ ਸੰਤਾਂ ਨੂੰ ਮੈਂ ਮਿਲਣ ਆਮ ਜਾਂਦਾ ਹੁੰਦਾ ਸੀਗਾ। ਜਦੋਂ ਮੈਂ ਉਹ ਹਥਿਆਰ ਦੇਖੇ ਤੇ ਮੈਂ ਸੰਤ ਜੀ ਨੂੰ ਆਖਿਆ, ਹੁਣ ਇਹ ਅੱਜ ਤੱਕ ਕਿਸੇ ਨੇ ਰਿਕਾਰਡ ਨਹੀਂ ਕੀਤੀ ਜੋ ਮੈਂ ਕਹਿਣ ਲੱਗਾ, ਜੋ ਮੇਰਾ ਲਾਸਟ ਡਾਇਲੋਗ ਹੈ। ਮੈਂ ਆਖਿਆ, ਸੰਤ ਜੀ ਆਹ ਹਥਿਆਰ ਤੁਸੀਂ ਕਿੱਥੋਂ ਇਕੱਠੇ ਕਰ ਲਏ? ਮੈਨੂੰ ਆਖਦੇ, ਤੁਸੀਂ ਤਾਂ ਦਿੱਲੀ ਵਾਲੇ ਡਰਪੋਕ ਹੋ, ਅਸੀਂ ਤਾਂ ਆਪਣਾ ਇੰਤਜ਼ਾਮ ਕਰਨਾ ਕਿ ਨਹੀਂ ਕਰਨਾ, ਜੇ ਬੀਬੀ ਨੇ ਇਸ ਪਾਸੇ ਮੂੰਹ ਕਰਨਾ ਤੇ। ਉਦੋਂ ਫਿਰ ਮੈਂ ਸੀਰੀਅਸ ਹੋਇਆ। ਮੈਂ ਕਿਹਾ, ਸੰਤ ਜੀ ਮੈਂ ਸਮਝਦਾ ਕਿ ਕੌਮ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀਂਦਾ ਚਾਹੀਦਾ ਹੈ। ਜੇ ਤੁਹਾਡੇ ਨਾਲ ਕੋਈ 19-21 ਹੋ ਗਈ, ਅੱਜ ਕੋਈ ਤੁਹਾਨੂੰ ਲੀਡਰ ਮੰਨੇ ਕਿ ਨਾ ਮੰਨੇ, ਤੁਸੀਂ ਸਿੱਖਾਂ ਤੇ ਫੇਸ ਹੋ, ਔਰ ਜਿਸ ਪਾਸੇ ਤੁਸੀਂ ਤੁਰ ਰਹੇ ਹੋ, ਤੁਸੀਂ ਸੰਤ ਜੀ ਇੰਡੀਅਨ ਆਰਮੀ ਦਾ ਮੁਕਾਬਲਾ ਕਰ ਲਓਗੇ। ਮੇਰੀ ਉਮਰ ਉਸ ਵੇਲੇ 23 ਸਾਲ, ਮੇਰੇ ਕੋਲ ਅੱਜ ਦਾ ਮਨਜੀਤ ਸਿੰਘ ਨਹੀਂ ਸੀ, ਮੈਂ ਬੱਚਾ ਸੀ, ਲੇਕਿਨ ਮੈਂ ਆਪਣੀ ਕਿਉਰਿਓਸਿਟੀ ਦੇ ਵਿੱਚ ਸਵਾਲ ਕਰਦਾ ਸੀ ਸੰਤਾਂ ਨੂੰ। ਨਾਲੇ ਮੈਂ ਚਾਹੁੰਦਾ ਸੀਗਾ ਕਿ ਸੰਤ ਐਸਾ ਕੰਮ ਨਾ ਹੋ ਜਾਵੇ ਜਿੱਥੇ ਸੰਤਾਂ ਦਾ ਨੁਕਸਾਨ ਹੋਏਗਾ ਤੇ ਕੌਮ ਦਾ ਨੁਕਸਾਨ ਹੋਏਗਾ। ਸਾਨੂੰ ਇਸ ਵੇਲੇ, ਕਿਉਂਕਿ ਸੰਤ ਇਸ ਵੇਲੇ ਚਿਹਰਾ ਬਣ ਚੁੱਕੇ ਸੀ ਕੌਮ ਦਾ। ਮੈਂ ਕਿਹਾ, ਸੰਤ ਜੀ ਤੁਸੀਂ ਇੰਡੀਅਨ ਆਰਮੀ ਦਾ ਮੁਕਾਬਲਾ ਕਰ ਲੋਗੇ? ਕੀ ਸਮਝਦਾ ਫੌਜ ਇੱਥੋਂ ਲੈ ਜਾਊਗੀ ਚੁੱਕ ਕੇ? ਮੈਂ ਕਿਹਾ, ਜੀ ਆਖਰ ਫੌਜ ਹੈ, ਉਹ ਮੇਰਾ ਖਿਆਲ ਹੈ ਕਿ 5-7 ਘੰਟੇ ਲਾਊਗੀ। ਜੇ ਉਹ ਆਪਣੇ ਆਈ ਤੇ ਆਏ ਤੇ ਉਹਨਾਂ ਕੋਲ ਜੋ ਇਕਵਿਪਮੈਂਟ ਹੈ, ਹੈਲੀਕਾਪਟਰ ਨੇ, ਕਈ ਕੁਛ ਹੈ, ਤੇ ਔਰ ਜੇ ਤੁਹਾਡਾ ਨੁਕਸਾਨ ਹੋ ਗਿਆ ਤੇ ਮੈਂ ਸਮਝਦਾ ਕਿ ਅਸੀਂ ਬਾਹਰਲੇ ਵੀ ਮਰ ਜਾਵਾਂਗੇ, ਪੰਜਾਬ ਵਾਲੇ ਵੀ ਮਰਾਂਗੇ। ਉਹਨਾਂ ਨੇ ਨਾ ਅਮਰੀਕ ਸਿੰਘ ਨੂੰ ਆਵਾਜ਼ ਮਾਰੀ, ਉਹ ਪ੍ਰਧਾਨਾ ਇਹ ਦੱਸੀ ਜਰਾ ਮਨਜੀਤ ਨੂੰ, ਕਿੰਨਵੀਂ ਮੰਜ਼ਲ ਤੇ ਬੈਠਾ ਤੂੰ ਮਨਜੀਤ? ਮੈਨੂੰ ਕਹਿੰਦੇ। ਮੈਂ ਕਿਹਾ, ਸੰਤ ਜੀ ਚੌਥੀ ਮੰਜ਼ਲ ਤੇ। ਕਹਿੰਦਾ, ਇੰਨਾ ਢੇਰ ਲਾ ਦੂੰਗਾ ਲਾਸ਼ਾਂ ਦਾ, ਔਰ ਉਹਦੇ ਬਾਅਦ ਮੋਏ ਨੂੰ ਚੁੱਕ ਕੇ ਲਿਜਾਣਗੇ, ਜੀਂਦੇ ਨੂੰ ਨਹੀਂ ਲਿਜਾਣਗੇ। ਇਹ ਨਹੀਂ ਪੜੇਗਾ ਲਾਈਨ ਤੂੰ ਸੰਤ ਜਿਹੜਾ ਹੈ ਉਹ ਕਿਤੇ ਹਥਿਆਰ ਸੁੱਟ ਗਿਆ, ਉਹ ਕਿਤੇ ਸਰੈਂਡਰ ਕਰ ਗਿਆ। ਮੈਂ ਕਿਹਾ, ਸੰਤ ਜੀ ਆਪਾਂ ਇਹ ਸਿਚੁਏਸ਼ਨ ਆਣ ਕਿਉਂ ਦਈਏ? ਮੈਂ ਚਾਹੁੰਦਾ ਵਾਂ ਕਿ ਅਸੀਂ ਜਿਹੜੀ ਜਦੋਜਹਿਦ ਹੈ, ਜਿਹੜੇ ਆਪਣੇ ਮਸਲੇ ਨੇ, ਸਰਕਾਰ ਤੇ ਪ੍ਰੈਸ਼ਰ ਬਣਿਆ, ਆਪਾਂ ਉਹਨੂੰ ਹੱਲ ਕਰਾ ਲਈਏ। ਲੇਕਿਨ ਮੈਂ ਸਮਝਦਾ ਕਿ ਮੈਂ ਉਸ ਵੇਲੇ ਮੇਰੀ ਉਮਰ ਛੋਟੀ ਸੀ, ਮੈਂ ਜਿਹੜੀ ਗੱਲ ਸੰਤਾਂ ਨੂੰ ਆਖਣਾ ਚਾਹੁੰਦਾ ਸੀ ਮੈਂ ਬੇਬਾਕ ਹੋ ਕੇ ਆਖਦਾ ਸੀਗਾ, ਔਰ ਸੰਤ ਮੇਰੀ ਗੱਲ ਸੁਣਦੇ ਵੀ ਸੀਗੇ। ਕਹਿੰਦੇ, ਨਹੀਂ ਮਨਜੀਤ, ਜਿਹੜੇ ਉਹਨਾਂ ਨੇ ਆਰਗੂਮੈਂਟ ਦਿੱਤੇ, ਉਹ ਆਰਗੂਮੈਂਟ ਦਾ ਜਵਾਬ ਕਿਸੇ ਕੋਲ ਨਹੀਂ ਹੁੰਦਾ ਸੀ। ਉੱਥੇ ਉਹ ਕੀਨਾ ਸਵਾਮੀ ਦਾ ਪੂਰਾ ਜਿਹੜਾ ਵਕੀਲ ਹੈ ਵੱਡਾ, ਜਿਹੜਾ ਬੀਜੇਪੀ ਦਾ ਲੀਡਰ ਹੈ, ਸੁਬਰਾਮਨੀਅਮ ਸਵਾਮੀ ਉੱਥੇ ਮਿਲਣ ਗਿਆ। ਉੱਥੇ ਰਾਮ ਜੇਠ ਮਲਾਨੀ ਮਿਲਣ ਗਿਆ। ਉਹ 3 ਦਿਨ 2 ਦਿਨ ਰਹਿਣ ਤੋਂ ਬਾਅਦ ਉਹਨਾਂ ਨੇ ਉੱਥੇ ਹੋਰ ਵੀ 1-2 ਵੱਡੇ ਲੀਡਰ ਗਏ। ਉਹਨਾਂ ਨੇ ਆਖਿਆ ਕਿ ਸੰਤ ਠੀਕ ਨੇ, ਅਸੀਂ ਗਲਤ ਹਾਂ। ਮੈਨੂੰ ਆਖਦੇ, ਇਹ ਅਮਰੀਕ ਸਿੰਘ ਨਾਲ ਕੀ ਕੀਤਾ ਪੁਲਿਸ ਨੇ? ਮੈਂ ਕਿਹਾ, ਜੀ ਬਿਲਕੁਲ ਠੀਕ ਕਹਿ ਰਹੇ ਹੋ, ਜਿਸ ਤਰੀਕੇ ਦਾ ਟੌਰਚਰ ਕੀਤਾ ਸੀਗਾ। ਮੈਨੂੰ ਆਖਦੇ, ਇੰਦਰਾ ਗਾਂਧੀ ਲਈ ਪਾਂਡੇ ਬ੍ਰਦਰਸ ਹਾਈਜੈਕ ਕਰਨ ਹਵਾਈ ਜਹਾਜ਼ ਨੂੰ, ਤੇ ਉਹ ਦਿੱਲੀ ਲੈਂਡ ਕਰਦੇ ਨੇ। ਇੰਦਰਾ ਗਾਂਧੀ ਉਸ ਵੇਲੇ ਅਰੈਸਟ ਕੀਤੀ ਸੀ ਜਨਤਾ ਰਾਜ ਦੇ ਵਿੱਚ, ਤੇ ਜਦੋਂ ਇੰਦਰਾ ਗਾਂਧੀ ਛੁੱਟਦੀ ਹੈ 2.5 ਸਾਲਾਂ ਬਾਅਦ ਉਹਦਾ ਰਾਜ ਆਉਂਦਾ, ਤੇ ਪਾਂਡੇ ਬ੍ਰਦਰਸ ਨੂੰ ਮਿਨਿਸਟਰੀਆਂ ਮਿਲ ਜਾਂਦੀਆਂ ਨੇ। ਮਨਜੀਤ ਸਿੰਘ ਨਾਂ ਦਾ ਬੰਦਾ ਜਿਹੜਾ ਹਾਈਜੈਕ ਕਰਦਾ ਹੈ, ਉਹ ਆਪਣਾ ਨਾਮ ਮੁਸੀਬਤ ਸਿੰਘ ਦੱਸਦਾ ਹੈ, ਔਰ ਉਹ ਹਾਈਜੈਕ ਕਰਦਾ, ਅੰਮ੍ਰਿਤਸਰ ਲੈਂਡ ਹੁੰਦੇ ਉਹ ਸਰੈਂਡਰ ਕਰ ਦਿੰਦਾ, ਔਰ ਦੱਸਦਾ ਕਿ ਮੇਰੇ ਕੋਲ ਖਿਡੌਣੇ ਵਾਲੀ ਪਿਸਤੌਲ ਹੈ, ਇਹ ਖਿਡੌਣੇ ਵਾਲੀ ਪਿਸਤੌਲ ਨਾਲ ਮੈਂ ਹਾਈਜੈਕ ਕੀਤਾ। ਮੈਂ ਕਿਸੇ ਨੂੰ ਮਾਰਨਾ ਨਹੀਂ, ਮੈਂ ਕਿਤੇ ਜਹਾਜ਼ ਨੂੰ ਨੁਕਸਾਨ ਨਹੀਂ ਕਰਨਾ, ਲੇਕਿਨ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸਰਕਾਰ ਸਾਡੇ ਨਾਲ ਕਿੱਡਾ ਧੱਕਾ ਕਰ ਰਹੀ ਹੈ, ਪੰਜਾਬ ਨਾਲ ਸਾਨੂੰ ਸੈਕੰਡ ਕਲਾਸ ਸਿਟੀਜ਼ਨ ਬਣਾਇਆ, ਸਾਡੇ ਨਾਲ ਧੋਖਾ ਕੀਤਾ ਆਜ਼ਾਦੀ ਤੋਂ ਬਾਅਦ। ਉਹ ਮਨਜੀਤ ਸਿੰਘ ਕਹਿੰਦਾ ਸਰੈਂਡਰ ਕਰਕੇ ਥੱਲੇ ਉਤਰਦਾ ਤੇ ਉਹਦੀ ਕੰਨਪੱਟੀ ਤੇ ਪਿਸਤੌਲ ਰੱਖ ਕੇ ACP ਗੋਲੀ ਮਾਰ ਦਿੰਦਾ ਉਸ ਨੂੰ। ਉਹਦੀ ਕੋਈ ਦਲੀਲ ਅਪੀਲ ਨਹੀਂ। ਹੁਣ ਉਹਦੇ ਬਾਅਦ ਸੰਤਾਂ ਨੇ ਝੜੀ ਲਾਤੀ ਗੱਲਾਂ ਦੀ। ਉਸ ਵੇਲੇ ਮੇਰੇ ਕੋਲ ਇਹਨਾਂ ਗੱਲਾਂ ਦਾ ਕੋਈ ਜਵਾਬ ਨਾ ਸੀ ਨਾ ਅੱਜ ਹੈ, ਕਿ ਸਾਡੇ ਵਾਸਤੇ ਮਾਪਦੰਡ ਵੱਖਰੇ ਨੇ, ਸਾਡੇ ਵਾਸਤੇ ਕਾਨੂੰਨ ਵੱਖਰਾ। ਮੈਂ ਕਿਹਾ, ਸੰਤ ਜੀ ਇਹਨਾਂ ਗੱਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ, ਲੇਕਿਨ ਮੈਂ ਬੜਾ ਬਲੀਵ ਕਰਦਾ ਕਿ ਸੰਤ ਜਰਨੈਲ ਸਿੰਘ ਖਾਲਸਾ ਸਾਨੂੰ ਜੀਂਦੇ ਚਾਹੀਦੇ ਆ,
ਸਾਨੂੰ ਤੁਹਾਡੀ ਸ਼ਹਾਦਤ ਨਹੀਂ ਚਾਹੀਦੀ। ਪਰ ਜੀਕੇ ਸਾਹਿਬ, ਸੰਤਾਂ ਨਾਲ ਜਿਹਦੀ ਇੰਨੀ ਨੇੜਤਾ ਰਹੀ ਹੋਵੇ, ਮੈਂ ਤੁਹਾਡੀ ਜਥੇਦਾਰ ਜੀ ਵੱਲ ਵੀ ਆਉਂਗਾ, ਇੰਦਰਾ ਗਾਂਧੀ ਨਾਲ ਤੁਹਾਡੇ ਪਰਿਵਾਰ ਦੇ ਸੰਬੰਧ ਰਹੇ, ਉਹਦੇ ਵੀ ਕੌਮ ਜਵਾਬ ਮੰਗਦੀ ਉਹਨਾਂ ਗੱਲਾਂ ਦਾ, ਉਹ ਵੀ ਤੁਹਾਨੂੰ ਸਵਾਲ ਕਰੂੰਗਾ। ਪਰ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਗਲਤੀਆਂ ਤਾਂ ਰਹੀਆਂ ਹੋਣੀਆਂ ਜਿਹੜਾ ਸੰਤਾਂ ਦੇ ਨਾਲ ਕਦੇ ਕੋਈ ਸ਼ਖਸ ਗੁਰੂ ਨਾਨਕ ਨਿਵਾਸ ਦੇ ਉੱਤੇ ਬੈਠਦਾ ਹੋਵੇ ਔਰ ਉਹਨੂੰ ਵਿਦੇਸ਼ਾਂ 'ਚ ਜਾ ਕੇ ਬਾਅਦ 'ਚ ਉਸੇ ਕੌਮ ਦੇ ਲੋਕ ਜਿਹੜੇ ਆ ਕੁੱਟਮਾਰ ਕਰਦੇ, ਉਹਦੇ ਨਾਲ ਕੱਪੜੇ ਪਾੜ ਦਿੰਦੇ? ਦੇਖੋ, ਮੈਨੂੰ ਕੁੱਟਮਾਰ ਉਹ ਕਰਦੇ ਜਿਹੜੇ ISI ਤੋਂ ਪੈਸੇ ਲੈਂਦੇ ਆ, ਕਿਉਂਕਿ ਉਹਨਾਂ ਦਾ ਮੈਂ ਆਰਗੂਮੈਂਟ ਡਿਮੋਲਿਸ਼ ਕੀਤਾ। ਸੰਤ ਜਰਨੈਲ ਸਿੰਘ ਨੇ ਕਦੀ ਖਾਲਿਸਤਾਨ ਨਹੀਂ ਮੰਗਿਆ ਸੀ। ਮੇਰੇ ਨਾਲ ਇਸੇ ਗੱਲ ਤੇ ਬਹਿਸ ਹੋਈ ਉਹਨਾਂ ਦੀ। ਕਹਿੰਦੇ ਸੰਤ ਜੀ ਨੇ ਖਾਲਿਸਤਾਨ ਮੰਗਿਆ। ਮੈਂ ਕਿਹਾ ਸੰਤ ਜੀ ਦਾ, ਹਾਂ, ਮੈਂ ਕਿਹਾ ਦੱਸੋ ਬਿਆਨ। ਕਹਿੰਦੇ ਉਹਨਾਂ ਦਾ ਬਿਆਨ ਸੀ ਕਿ ਜਿੱਦਣ ਪਹਿਲੀ ਗੋਲੀ ਦਰਬਾਰ ਸਾਹਿਬ 'ਚ ਵੱਜੂਗੀ ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਮੈਂ ਕਿਹਾ ਜੀ ਬਿਲਕੁਲ ਠੀਕ ਹੈ, ਮੈਂ ਇਸ ਬਿਆਨ ਤੋਂ ਨਹੀਂ ਮੁੱਕਰਦਾ, ਲੇਕਿਨ ਇੱਕ ਸਿਚੁਏਸ਼ਨਲ ਬਿਆਨ ਹੈ। ਸੰਤਾਂ ਦੀ ਆਈਡੀਓਲੋਜੀ 'ਚ ਖਾਲਿਸਤਾਨ ਨਹੀਂ ਸੀਗਾ। ਮੈਂ ਕਿਹਾ ਮੈਂ ਵੀ ਖਾਲਿਸਤਾਨ ਮੰਗਿਆ। ਜਿਸ ਦਿਨ 1984 ਹੋ ਗਿਆ, ਦਿੱਲੀ ਦੇ ਵੱਡੇ ਧਨਾੜ, ਮੈਂ ਨਾਮ ਗਿਣਾਉਣਾ ਸ਼ੁਰੂ ਕਰਦਾ, ਦਿੱਲੀ 'ਚ ਕੋਈ ਇੱਕ ਸਰਦਾਰ ਅੱਜ ਤੱਕ ਜਿੱਤਿਆ, ਚਰਨਜੀਤ ਸਿੰਘ ਕੋਕੋਲਾ ਦਾ ਮਾਲਿਕ, ਡਾਕਟਰ ਮਨਮੋਹਨ ਸਿੰਘ ਦਿੱਲੀ ਜਾ ਰਿਹਾ, ਚਰਨਜੀਤ ਸਿੰਘ ਦੀ ਲੀਡਰਸ਼ਿਪ 'ਚ ਅਸੀਂ ਇੰਦਰਾ ਦਾ ਸੰਸਕਾਰ ਮੇਰੇ ਖਿਆਲ 3 ਨਵੰਬਰ ਨੂੰ ਹੋਇਆ ਸੀਗਾ। ਅਸੀਂ 5 ਨਵੰਬਰ ਨੂੰ ਉਹ 30 ਸਿੱਖ, ਜਿਨ੍ਹਾਂ 'ਚ ਪਲਾਜ਼ਾ ਸਿਨੇਮਾ ਦੇ ਮਾਲਕ ਸਾਨੀ ਪਰਿਵਾਰ ਹੈ ਬੜਾ ਵੱਡਾ, ਜਿਹਦੇ ਵਿੱਚ ਭਾਈ ਮੋਹਨ ਸਿੰਘ ਜਿਹੜਾ ਰੈਨਬੈਕਸੀ ਦੇ ਮਾਲਕ ਸੀ, ਚਰਨਜੀਤ ਸਿੰਘ, ਰੌਣਕ ਸਿੰਘ ਜਿਹੜਾ ਮੈਂ ਸਮਝਦਾ ਵਾਂ ਇਹਦਾ BST ਦਾ ਬਹੁਤ ਵੱਡਾ ਉਹਦਾ ਕਾਰਖਾਨਾ ਜਿਹੜਾ ਅਪੋਲੋ ਟਾਇਰ ਵਾਲਿਆਂ ਦਾ ਬਜ਼ੁਰਗ ਸੀਗਾ, ਇੱਦਾਂ 30-35 ਸਿੱਖ ਅਸੀਂ ਰਾਜੀਵ ਗਾਂਧੀ ਨੂੰ ਮਿਲਣ ਗਏ ਔਰ ਸਿੱਧਾ ਜਾ ਕੇ ਇੱਕੋ ਗੱਲ ਕੀਤੀ ਕਿ ਅਸੀਂ ਤੇਰੇ ਮੁਲਕ 'ਚ ਨਹੀਂ ਰਹਿਣਾ, ਸਾਨੂੰ 2 ਦਿਨ ਦਾ ਸਮਾਂ ਦਿਓ, ਅਸੀਂ ਇਹ ਮੁਲਕ ਛੋੜ ਕੇ ਜਾਣਾ ਚਾਹੁੰਦੇ ਹਾਂ। ਜਿਸ ਤਰੀਕੇ ਅਸੀਂ ਵੀ ਖਾਲਿਸਤਾਨ ਮੰਗਿਆ, ਜਦ ਸਾਡੇ ਕੋਲ ਰਾਹ ਹੀ ਕੋਈ ਨਹੀਂ, ਤੁਸੀਂ ਛੱਡਿਆ, ਤੇ ਫਿਰ ਅਸੀਂ ਇਹੀ ਮੰਗਿਆ ਨਾ, ਅਸੀਂ ਨਹੀਂ ਚਾਹਦੇ ਇਸ ਮੁਲਕ 'ਚ ਰਹਿਣਾ, ਅਸੀਂ ਬਾਹਰ ਜਾਣਾ ਚਾਹੁੰਦੇ ਹਾਂ। ਇਹ ਸਿਚੁਏਸ਼ਨਲ ਹੈ, ਇਹ ਸਾਡੀ ਆਈਡੀਓਲੋਜੀ ਨਹੀਂ ਸੀਗੀ। ਔਰ ਜਦੋਂ राजीव गांधी उठ के खड़ा हो गया, कहता इस वक्त के बाद कोई तशद्दुद नहीं होगा और जिन लोगों ने ये कत्लेआम किया वो सब अंदर जाएंगे, उनके मैं केस डालूंगा। लेकिन उस तो 3 दिन बाद वो अमर जवान ज्योति ते जाके लैक्चर करता है कि जब बड़ा पेड़ गिरता तो धरती हिलती है। इन्हां दी ज़हन दे विच बदमाशी सी, ਸਿੱਖਾਂ ਦੇ ਖਿਲਾਫ ਨਫ਼ਰਤ ਸੀ। ਤੁਸੀਂ ਤਾਂ ਨੇੜਿਓਂ ਜਾਣਦੇ ਸੀ, ਤੁਸੀਂ ਤਾਂ, ਤੁਹਾਡੇ ਤਾਂ ਪਰਿਵਾਰ ਦੀ ਸਾਂਝ ਸੀ, ਇੰਦਰਾ ਗਾਂਧੀ ਦੇ ਘਰ ਆਣਾ ਜਾਣਾ ਸੀ, ਰਾਜੀਵ ਗਾਂਧੀ ਨਾਲ ਵੀ ਜ਼ਾਹਿਰ ਜੀ ਗੱਲ ਹੈ ਤੁਹਾਡੀ ਨੇੜਤਾ ਹੋਣੀ। ਨਾ, ਰਾਜੀਵ ਗਾਂਧੀ ਨਾਲ ਕੋਈ ਨੇੜਤਾ ਨਹੀਂ ਸੀ, ਲੇਕਿਨ ਰਾਜੀਵ ਗਾਂਧੀ ਨੂੰ ਜਿਹੜੀ ਲੌਬੀ ਨੇ ਘੇਰਿਆ ਸੀ, ਉਸ ਲੌਬੀ ਨੇ ਇਹ ਆਖਿਆ ਸੀ ਕਿ ਤੇਰੀ ਮਾਂ ਮਾਰਦੀ ਸਿੱਖੋਂ ਕੀ, ਇਨਕੋ ਸਬਕ ਸਿਖਾਉਣਾ ਜ਼ਰੂਰੀ ਹੈ। ਔਰ ਉਹ ਸਬਕ ਸਿਖਾਉਣ ਦੇ ਵਿੱਚ ਮੁਲਕ ਦਾ ਨੁਕਸਾਨ ਹੋਇਆ। ਇੰਦਰਾ ਗਾਂਧੀ ਨੇ ਸਭ ਤੋਂ ਵੱਡੀ ਸਮਝਦੇ ਹੋ ਰਾਜੀਵ ਗਾਂਧੀ ਪਰਸਨਲੀ ਗਲਤ ਨਹੀਂ ਸੀ? ਨਹੀਂ, 100% ਗਲਤ ਸੀ। ਕਿਉਂ ਪਰਸਨਲੀ ਗਲਤ ਨਹੀਂ ਸੀਗਾ? 100% ਗਲਤ ਸੀਗਾ। ਜੇ ਉਸਨੇ ਆਖਰ ਉਹ ਮੁਲਕ ਦਾ ਪ੍ਰਧਾਨ ਮੰਤਰੀ ਅੱਧੀ ਰਾਤੀ ਗਿਆਨੀ ਜ਼ੈਲ ਸਿੰਘ ਨੇ ਸਹੁੰ ਚੁਕਾਤੀ, ਜਿਹਨੂੰ ਚੁਕਾਣੀ ਨਹੀਂ ਚਾਹੀਦੀ ਸੀਗੀ। ਗਿਆਨੀ ਜੀ ਅਗਰ ਸਹੁੰ ਨਾ ਚੁਕਾਦੇ ਤੇ ਸ਼ਾਇਦ ਇਹ ਕਤਲੇਆਮ ਨਾ ਹੁੰਦਾ। ਉੱਥੋਂ ਦੀ ਸਹੁੰ ਚੁੱਕਦਾ ਗਿਆ, ਉਸੇ ਦਿਨ ਰਾਤੀ, ਉਸੇ ਦਿਨ ਕਤਲੇਆਮ ਸ਼ੁਰੂ ਹੋ ਗਿਆ। ਮੈਂ ਸਮਝਦਾ ਜੇ ਗਿਆਨੀ ਜੀ ਦੀ ਗੱਡੀ ਨੂੰ ਵੱਟੇ ਪੈ ਗਏ ਜਦੋਂ ਗਿਆਨੀ ਜੀ ਪਹੁੰਚਦੇ ਨੇ ਉੱਥੇ, ਤੇ ਉਹਨਾਂ ਨੂੰ ਕੀ ਲੋੜ ਸੀ ਸਹੁੰ ਚੁਕਾਉਣ ਦੀ? ਕਹਿ ਦਿੰਦੇ ਮੈਂ 2 ਦਿਨ ਮੈਂ ਦੇਖਦਾ ਵਾਂ, ਕਿਉਂਕਿ ਸਾਰੇ ਨਾਂ ਪ੍ਰਣਬ ਮੁਖਰਜੀ ਦਾ ਪੇਸ਼ ਕਰਦੇ ਪਏ ਸੀਗੇ। ਲੇਕਿਨ ਗਿਆਨੀ ਜੀ ਨੇ ਕਿਉਂ ਚੁਕਾਤੀ ਸਹੁੰ ਰਾਜੀਵ ਗਾਂਧੀ ਨੂੰ? ਨਾ ਚੁਕਾਉਂਦੇ ਨਾ, ਕਹਿੰਦੇ ਹਲੇ ਹਾਲਾਤ ਠੀਕ ਨਹੀਂ ਹੈਗੇ, ਮੁਲਕ ਦੇ ਹਾਲਾਤ ਠੀਕ ਹੋ ਜਾਣ। ਇਹ ਹਾਲਾਤ ਹੋ ਗਏ ਸੀਗੇ ਕਿ ਗਿਆਨੀ ਜੀ ਦਾ ਫੋਨ ਕਿਸੇ ਨੇ ਨਹੀਂ ਚੁੱਕਿਆ। ਉਹ ਫੋਨ ਕਰਦੇ ਰਹੇ ਕਿ ਐਡਾ ਵੱਡਾ ਕਤਲੇਆਮ ਹੋ ਰਿਹਾ, ਪ੍ਰਾਈਮ ਮਿਨਿਸਟਰ ਫੋਨ ਹੀ ਨਹੀਂ ਅਟੈਂਡ ਕੀਤਾ ਜਦੋਂ ਨੇ ਅੱਧੀ ਰਾਤ ਸਹੁੰ ਚੁੱਕਣ ਤੋਂ ਬਾਅਦ। ਮੈਂ ਸਮਝਦਾ ਵਾਂ ਕਿ ਤੁਹਾਡੇ ਪਰਿਵਾਰ ਦੀ ਨੇੜਤਾ ਕਿੰਨੀ ਸੀ ਇੰਦਰਾ ਗਾਂਧੀ ਪਰਿਵਾਰ ਦੇ ਨਾਲ ਔਰ ਇੰਦਰਾ ਗਾਂਧੀ ਦੇ ਨਾਲ? ਇੱਕ ਗੱਲ ਇਹ ਸਮਝ ਲਓ, ਸਾਡੀ ਨੇੜਤਾ ਪੰਡਤ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ 1981 ਤੱਕ, ਜਦੋਂ ਮੇਰੇ ਪਿਤਾ ਨੂੰ ਗੋਲੀ ਲੱਗੀ, ਉਸ ਤੋਂ ਪਹਿਲੇ ਤਾਂ ਸਾਡਾ ਕੋਈ ਝਗੜਾ ਨਹੀਂ ਸੀ। ਉਸ ਤੋਂ ਪਹਿਲੇ ਤਾਂ ਅਸੀਂ ਕਿੱਡੇ ਮਸਲੇ ਹੱਲ ਕਰਾਏ ਸਰਕਾਰਾਂ ਤੋਂ। ਅਸੀਂ ਅਕਾਲੀ ਦਲ ਲੰਗਰ ਮਰਵਾਇਆ ਨਹੀਂ। ਹੁਣ ਤੁਸੀਂ ਪੁੱਛਦੇ ਹੋ ਨੇੜਤਾ ਦੀ ਗੱਲ, ਨੇੜਤਾ ਮੈਂ ਤੁਹਾਨੂੰ ਦੱਸਦਾ ਕਿ ਕੌਮ ਕਿੰਨੇ ਮਰਵਾਈ ਹੈ। 1975 ਦੇ ਵਿੱਚ ਜਦੋਂ ਐਮਰਜੈਂਸੀ ਲੱਗਣ ਤੋਂ ਪਹਿਲੇ ਹਾਲਾਤ, ਜੇ ਤੁਹਾਨੂੰ ਨਹੀਂ ਪਤਾ ਤੇ ਅੱਜ ਮੈਂ ਤੁਹਾਨੂੰ ਦੱਸਦਾ, ਇੰਦਰਾ ਗਾਂਧੀ ਦੇ ਖਿਲਾਫ ਜੱਜਮੈਂਟ ਆਉਂਦੀ ਹੈ ਰਾਜ ਨਰੈਣ ਦੇ ਕੇਸ ਵਿੱਚ ਇਲਾਹਾਬਾਦ ਹਾਈ ਕੋਰਟ ਤੋਂ, ਕਿ ਬਈ ਇੰਦਰਾ ਗਾਂਧੀ ਜਿਹੜੀ ਹੈ ਉਹਨੇ ਇਲੈਕਸ਼ਨ 'ਚ ਸਰਕਾਰੀ ਮਸ਼ੀਨਰੀ ਯੂਜ਼ ਕੀਤੀ ਹੈ ਔਰ ਉਸ ਨੂੰ ਅਸਤੀਫਾ ਦੇਣਾ ਚਾਹੀਦਾ। ਇੰਦਰਾ ਗਾਂਧੀ ਜਥੇਦਾਰ ਜੀ ਨੂੰ ਬੁਲਾਉਂਦੀ ਹੈ ਔਰ ਉਹਨਾਂ ਨੂੰ ਆਖਦੀ ਹੈ ਕਿ ਅਕਾਲੀ ਦਲ ਮੇਰੀ ਸਪੋਰਟ ਕਰੇ। ਕੀ ਸਪੋਰਟ ਮੰਗਦੀ ਹੈ? कि सिर्फ एक बयान दे देवे कि इंदिरा गांधी को हाई कोर्ट के बाद सुप्रीम कोर्ट में जाना चाहिए। अगर सुप्रीम कोर्ट उसकी इलेक्शन नल एंड वॉइड करती है तो उसको
वापस आ जाना चाहिए, उसको रिजाइन कर देना चाहिए। जहेदार जी कहते ये मेरी ताकत नहीं। टोड़ा साहब ਨਾਲ ਗੱਲ ਹੁੰਦੀ, ਟੋੜਾ ਸਾਹਿਬ ਕਹਿੰਦੇ ਮੈਂ ਪਰਸੋਂ ਦਿੱਲੀ ਆ ਰਿਹਾ। ਟੋੜਾ ਸਾਹਿਬ ਦਿੱਲੀ ਆਉਂਦੇ ਆ, ਟੋੜਾ ਸਾਹਿਬ ਦੀ ਮੀਟਿੰਗ ਇੰਦਰਾ ਗਾਂਧੀ ਨਾਲ ਹੁੰਦੀ ਹੈ। ਹੁਣ ਇਹ ਗੱਲਾਂ ਬੜੀਆਂ ਇੰਪੋਰਟੈਂਟ ਨੇ ਜਿਹੜੀਆਂ ਮੈਂ ਅੱਜ ਦੱਸਣ ਲੱਗਾ। ਮੈਂ ਸ਼ਾਇਦ ਇੱਕ ਵਾਰੀ ਪਹਿਲੇ ਕਿਤੇ ਲਿਖੀਆਂ ਨੇ। ਇੰਦਰਾ ਗਾਂਧੀ ਆਖਦੀ ਹੈ 1972 ਦੇ ਵਿੱਚ ਨਾ ਆਲ ਵਰਲਡ ਸਿੱਖ ਕਨਵੈਨਸ਼ਨ ਬੁਲਾਈ ਸੀ, ਜਿਹਦੇ ਸਿੱਖਾਂ ਦੇ ਵੱਡੇ ਮਸਲੇ ਹੋਏ ਸੀ। ਇੱਕ ਦੀ ਆਰਕਾਈਵਸ 'ਚ ਚੈੱਕ ਕਰਨਾ, ਉਹਦੇ ਵਿੱਚ ਇਨਕਮ ਟੈਕਸ ਔਰ ਸੀਲਿੰਗ ਗੁਰਦੁਆਰਿਆਂ ਤੇ ਲੱਗ ਗਈ ਸੀ। ਐਸਜੀਪੀਸੀ ਕਿਉਂਕਿ ਹਿਮਾਚਲ ਔਰ ਹਰਿਆਣਾ ਕੱਟਿਆ ਗਿਆ ਸੀਗਾ, ਯੂਨੀਫਾਈਡ ਐਸਜੀਪੀਸੀ ਨਹੀਂ ਸੀ। ਸਿਰਫ ਉਹ ਕਹਿੰਦੇ ਸੀਗੇ ਕਿ ਭਈ ਅਕਾਲੀ ਸਾਡੀ ਐਸਜੀਪੀਸੀ ਅਲੱਗ-ਅਲੱਗ ਨਾ ਕਰ ਦੇਵੇ। ਪਾਣੀ ਦੇ ਮਸਲੇ, ਸਤਲੁਜ ਯਮੁਨਾ ਕਨਾਲ ਦਾ ਮਸਲਾ, ਰਾਜਸਥਾਨ ਫੀਡਰ ਦਾ ਮਸਲਾ, ਪੰਜਾਬੀ ਬੋਲਦੇ ਹਲਕੇ, ਚੰਡੀਗੜ੍ਹ, ਇਹ ਮੈਂ ਸਾਰੇ ਮਸਲੇ ਮੰਨ ਲਏ, ਇਹ ਸਾਰੇ ਤੁਹਾਨੂੰ ਦਿੱਤੇ। ਮੈਨੂੰ ਇੱਕ ਬਿਆਨ ਅਕਾਲੀ ਦਲ ਦੇ ਦੇਵੇ। ਟੋੜਾ ਸਾਹਿਬ ਨੇ ਮੀਟਿੰਗ ਕੀਤੀ। फिर गल इत्थे नहीं मुक्की। इंदिरा गांधी ने आख्या कि मैं पॉलिटिकल फैसला कर लो, मैं पंजाब में कभी सरकार नहीं बनाऊंगी, मैं पंजाब का राज अकाली दल के पास रहे, पंजाब से बाहर मेरी सपोर्ट कर दे। हुण गोडियां भार होके लम्मी पै के इंदिरा गांधी मिन्नतां करदी पई। टोड़ा साहब मीटिंग चों बाहर आंदे, कल्ले टोड़ा साहब ते जहेदार साहब नहीं सीगे। अज उन्हां चों इक्को बंदा जींदा बैठा, डॉक्टर हरबीर सिंह, सार अवतार सिंह ऑटोपिंस, जथेदार हरबंस सिंह फ्रंटियर, जहेदार अवतार सिंह कोहली ਜਿਹੜੇ ਪ੍ਰਧਾਨ ਹੁੰਦੇ ਸੀ ਦਿੱਲੀ ਅਕਾਲੀ ਦਲ ਦੇ, ਬਾਹਰ ਆਉਂਦੇ ਨੇ। ਟੋੜਾ ਸਾਹਿਬ ਆਖਦੇ ਜਥੇਦਾਰ ਜੀ ਆਹ ਬਿਆਨ ਤਾਂ ਦਾਗ ਹੀ ਦੇਣਾ ਚਾਹੀਦਾ। ਜਹੇਦਾਰ ਜੀ ਬਿਆਨ ਦਿੰਦੇ। ਉਸ ਵੇਲੇ ਨਾ ਤੇ ਇਹ ਟੀਵੀ ਚੈਨਲ ਸੀਗੇ, ਉਦੋਂ ਇੱਕ ਦੂਰਦਰਸ਼ਨ ਤੇ ਇੱਕ ਆਲ ਇੰਡੀਆ ਰੇਡੀਓ, ਸਾਰੇ ਪਾਸੇ ਜਹੇਦਾਰ ਜੀ ਦਾ ਬਿਆਨ ਚੱਲਦਾ कि अकाली दल ने इंदिरा गांधी की हमायत करी कि उसको सुप्रीम कोर्ट में जाना चाहिए और वहाँ पे अपना फैसला लेना चाहिए। अगर सुप्रीम कोर्ट उसकी इलेक्शन को नल एंड वॉइड करता, उसको इस्तीफा देना चाहिए। हुण सरदार साहब ये हिस्ट्री पूछी जाएगी, बादल साहब तो कभी उन्हें मुख्यमंत्रीशिप भी देती। बादल साहब एमरजेंसी मीटिंग बुलाते अमृतसर और उस मीटिंग ਦੇ ਵਿੱਚ ਜਥੇਦਾਰ ਸੰਤੋਖ ਸਿੰਘ ਨੂੰ 1975 ਚ 6 ਸਾਲ ਲਈ ਅਕਾਲੀ ਦਲ ਚੋਂ ਕੱਢ ਦਾ ਰੈਜ਼ੋਲੂਸ਼ਨ ਪਾਉਂਦੇ ਆ। ਟੋੜਾ ਸਾਹਿਬ ਜਿਹੜੇ ਦਿੱਲੀ ਮੀਟਿੰਗ ਕਰਕੇ ਗਏ ਸੈਕਿੰਡ ਕਰਦੇ ਉਸ ਰੈਜ਼ੋਲੂਸ਼ਨ ਨੂੰ। ਤੁਸੀਂ ਆਰਕਾਈਵ 'ਚ ਜਾਣਾ, ਸੁਰਜੀਤ ਸਿੰਘ ਬਰਨਾਲਾ ਨੇ ਅੰਮ੍ਰਿਤਸਰ ਪ੍ਰੈਸ ਨੂੰ ਐਡਰੈਸ ਕੀਤਾ ਕਿ ਅਸੀਂ 6 ਸਾਲ ਲਈ ਜਥੇਦਾਰ ਸੰਤੋਖ ਸਿੰਘ ਨੂੰ ਬਾਹਰ ਕੱਢ ਦਿੱਤਾ। ਤੁਸੀਂ ਆਖਦੇ ਹੋ ਕਿ ਸਾਡੇ ਰਿਲੇਸ਼ਨ 'ਚੋਂ ਨਿਕਲਦਾ ਕੀ ਪਿਆ? ਕੋਤਵਾਲੀ ਸਕੂਲ ਕਾਲਜ ਪੰਜਾਬ ਜਿੱਥੇ ਸਾਡਾ ਕੋਈ ਲੈਣ ਦੇਣ ਨਹੀਂ, ਸਾਰੇ ਮਸਲੇ ਹੱਲ ਕਰਾਤੇ ਤੁਹਾਡੇ। ਅੱਜ ਤੁਸੀਂ 50,000 ਮੁੰਡਾ ਮਰਵਾ ਲਿਆ, ਅੱਜ ਤੁਸੀਂ ਦਰਬਾਰ ਸਾਹਿਬ ਢਵਾ ਲਿਆ, ਅੱਜ ਤੁਸੀਂ 84 ਦਿੱਲੀ ਦੇ ਵਿੱਚ ਪੰਜਾਬੋਂ ਬਾਹਰ ਕਰਾ ਕੇ 12,000 ਸਿੱਖ ਮਰਵਾ ਲਿਆ। ਤੁਸੀਂ ਇਹ ਮਸਲੇ ਲੈ ਸਕੇ? ਪਾਣੀ ਮਿਲਿਆ ਤੁਹਾਨੂੰ? ਚੰਡੀਗੜ੍ਹ ਮਿਲਿਆ? ਪੰਜਾਬੀ ਬੋਲਦੇ ਹਲਕੇ ਮਿਲੇ ਤੁਹਾਨੂੰ? ਤੁਹਾਡੇ ਕੋਲ ਜਿਹੜੇ ਵੀ ਮਸਲੇ ਤੁਸੀਂ ਲੈ ਕੇ ਗਏ ਸੀਗੇ। ਪ੍ਰਕਾਸ਼ ਸਿੰਘ ਬਾਦਲ ਫਿਰ ਉਸ ਮੀਟਿੰਗ 'ਚ ਸ਼ਾਮਲ ਕਿਉਂ ਨਹੀਂ ਹੁੰਦੇ? ਇੰਦਰਾ ਗਾਂਧੀ ਦੇ ਨਾਲ ਜਿਹੜੀ ਮੀਟਿੰਗ, ਉਹ ਤਾਂ ਦਿੱਲੀ ਹੈ ਨਹੀਂ ਸੀਗੇ। ਪ੍ਰਕਾਸ਼ ਸਿੰਘ, ਹੁਣ ਤੁਹਾਡਾ ਸਵਾਲ ਇਹ ਬਣਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸੰਤੋਖ ਸਿੰਘ ਨੂੰ ਕਿਉਂ ਕੱਢਿਆ? ਸਵਾਲ ਇਹ ਸੀ, ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਲੱਗਿਆ ਕਿ ਟੋੜਾ ਸਾਹਿਬ ਬੜੇ ਸ਼ਾਤਰ ਨੇ, ਇਹ ਚੀਫ ਮਿਨਿਸਟਰੀ ਲੈ ਜਾਣਗੇ ਸਮਝੌਤੇ ਦੀ, ਮੈਂ ਇਹਨੂੰ ਚੀਫ ਮਿਨਿਸਟਰ ਨਹੀਂ ਬਣਨ ਦੇਣਾ, ਮੈਂ ਇਹ ਗੱਲ ਨੂੰ ਟਾਰਪੀਡੋ ਕਰਨਾ। ਮੈਂ ਤਾਂ ਅੱਛਾ ਮੈਨੂੰ ਇੱਕ ਗੱਲ ਦੱਸੋ, ਪੁੱਛੋ ਨਾ ਵੱਡੇ ਵਿਦਵਾਨਾਂ ਤੋਂ, ਐਮਰਜੈਂਸੀ ਲੱਗ ਗਈ, ਸਾਰੇ ਜਨਸੰਘ ਦੇ ਲੀਡਰ ਜਿਹੜੇ ਉਹ ਉਸ ਵੇਲੇ ਬਹੁਤ ਵੱਡੇ ਬਿਹਾਰ ਦੇ ਲੀਡਰ ਸੀ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ, ਜੈ ਪ੍ਰਕਾਸ਼ ਨਾਰਾਇਣ, ਸਾਰੇ ਅੰਦਰ ਚਲੇ ਗਏ, ਅਕਾਲੀ ਦਲ ਅੰਦਰ ਨਹੀਂ ਗਿਆ, ਇੱਕ ਬੰਦਾ ਫੜਿਆ ਨਹੀਂ ਗਿਆ। ਉਹ ਮਿੰਨਤਾਂ ਕਰਦੀ ਪਈ ਕਿ ਮੇਰੇ ਤੋਂ ਸਭ ਕੁਝ ਲੈ ਲਓ। ਤੁਸੀਂ ਆਪ ਮੋਰਚਾ ਲਾਇਆ ਉੱਥੋਂ ਅਰਦਾਸ ਕਰਕੇ। ਮੈਂ ਸਮਝਦਾ ਕਿ ਤੁਸੀਂ ਕੁੜਿੱਤਨ ਆਪ ਪੈਦਾ ਕੀਤੀ, ਤੁਸੀਂ ਕੌਮ ਨੂੰ ਮਰਵਾਉਣ ਵਾਲੇ ਪਾਸੇ ਆਪ ਭੇਜਿਆ। ਜਿਹੜੀਆਂ ਗੱਲਾਂ, ਕੌਮ ਦਾ ਇਹੀ ਕੰਮ ਹੈ ਕਿ ਅਸੀਂ ਡੰਡੇ ਖਾਈਏ, ਮੁੰਡੇ ਮਰਵਾਈਏ। ਜੇ ਟੇਬਲ ਤੇ ਨੈਗੋਸੀਏਸ਼ਨ ਤੇ ਤੁਹਾਨੂੰ ਸਭ ਕੁਝ ਮਿਲਦਾ, ਤੁਸੀਂ ਅੱਜ ਲੈ ਲਿਆ? ਮੇਰਾ ਇਹ ਸਵਾਲ ਹੈ, ਇਹ ਮੇਰੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਜੋ ਚੀਜ਼ ਤੁਹਾਨੂੰ ਟੇਬਲ ਤੇ ਉਹ ਮਿਲਦੀ ਪਈ ਸੀ, ਤੁਸੀਂ ਉਹ ਸਾਰੀਆਂ ਚੀਜ਼ਾਂ ਠੁਕਰਾਈਆਂ ਔਰ ਉਹਦੇ ਬਾਅਦ ਦਰਬਾਰ ਸਾਹਿਬ ਢਵਾਇਆ, ਤੁਸੀਂ ਅਕਾਲ ਤਖਤ ਸਾਹਿਬ ਢਵਾਇਆ, ਤੁਸੀਂ ਪੰਜਾਬੋਂ ਬਾਹਰ ਕਤਲੇਆਮ ਕਰਾਇਆ, ਲੇਕਿਨ ਅੱਜ ਵੀ ਤੁਸੀਂ ਨਹੀਂ ਲੈ ਸਕੇ। ਤੁਹਾਡਾ ਕੰਮ ਹੀ ਇਹ ਰਿਹਾ ਕਿ ਤੁਸੀਂ ਸਾਹਿਬ, ਮੈਂ ਇੱਥੇ ਟੋਕਣਾ ਚਾਹੁੰਦਾ, ਮੇਰਾ ਸਵਾਲ ਤੁਹਾਨੂੰ ਸੀ ਕਿ ਤੁਹਾਡੀ ਪਰਿਵਾਰ ਦੀ ਨੇੜਤਾ ਸੀ, ਜਥੇਦਾਰ ਸੰਤੋਖ ਸਿੰਘ ਦੀ ਜੇ ਨੇੜਤਾ ਸੀ ਤਾਂ 78 ਦੇ ਵਿੱਚ ਕਾਂਡ ਹੁੰਦਾ ਹੈ, ਨਿਰੰਕਾਰੀ ਕਾਂਡ ਹੁੰਦਾ ਹੈ, ਬਹੁਤ ਸਾਰੇ ਹੋਰ ਇਸ਼ੂਜ਼ ਉਦੋਂ ਚੱਲ ਰਹੇ ਸੀ, ਤਾਂ ਉਹਨਾਂ ਨੇ ਫਿਰ ਪਰਸਨਲੀ ਬਹਿ ਕੇ ਸੋਲਵ ਕਿਉਂ ਨਹੀਂ ਕੀਤੇ ਇੰਦਰਾ ਗਾਂਧੀ ਨਾਲ? ਇੰਦਰਾ ਗਾਂਧੀ ਦਾ ਰਾਜ ਹੀ ਨਹੀਂ ਸੀ 78 ਦੇ ਵਿੱਚ। ਮੁਰਾਰਜੀ ਦੇਸਾਈ ਦੀ ਸਰਕਾਰ ਬਾਅਦ ਤਾਂ ਫਿਰ 80 ਜਾ ਕੇ ਸਰਕਾਰ ਬਣ ਜਾਂਦੀ ਹੈ। ਇੱਕ ਮਿੰਟ 78 ਦੇ ਵਿੱਚ ਮੁਰਾਰਜੀ ਦੇਸਾਈ ਦਾ ਰਾਜ ਹੈ। ਪੰਜਾਬ ਦੇ ਵਿੱਚ
ਬਾਦਲ ਸਾਹਿਬ ਦਾ ਰਾਜ ਹੈ। ਤੁਸੀਂ ਇਹ ਦੇਖੋ, ਗਿਆਨੀ ਜ਼ੈਲ ਸਿੰਘ ਉਸ ਤੋਂ ਪਹਿਲੇ ਚੀਫ ਮਿਨਿਸਟਰ ਹੈ। ਗਿਆਨੀ ਜ਼ੈਲ ਸਿੰਘ ਨਿਰੰਕਾਰੀਆਂ ਨੂੰ ਪਰਮਿਸ਼ਨ ਨਹੀਂ ਦਿੰਦਾ ਅੰਮ੍ਰਿਤਸਰ ਸਮਾਗਮ ਕਰਨ ਦੀ, ਬਾਦਲ ਸਾਹਿਬ ਦਿੰਦੇ ਨੇ। ਔਰ 13 ਬੰਦੇ ਮਰਨ ਤੋਂ ਬਾਅਦ, ਸਿੰਘ ਸ਼ਹੀਦ ਹੋਣ ਤੋਂ ਬਾਅਦ ਬਾਦਲ ਸਾਹਿਬ ਦੀ ਝੰਡੀ ਵਾਲੀ ਗੱਡੀ ਦਿੱਲੀ ਨਗਧਾਰੀ ਨੂੰ ਛੱਡ ਕੇ ਜਾਂਦੀ ਹੈ। ਇੰਦਰਾ ਗਾਂਧੀ ਤੇ 1980 ਚ ਆਈ ਹੈ, ਔਰ 1980 ਚ ਆਈ ਹੈ, 81 ਜਥੇਦਾਰ ਸੰਤੋਖ ਸਿੰਘ ਨੂੰ ਗੋਲੀ ਲੱਗ ਜਾਂਦੀ ਹੈ। ਜਥੇਦਾਰ ਸੰਤੋਖ ਸਿੰਘ ਨੇ ਕਿਸੇ ਵੀ ਜਗ੍ਹਾ ਤੇ ਕੋਈ ਕੋਟਾ, ਪਰਮਿਟ, ਲਾਇਸੈਂਸ, ਕੋਈ ਹੋਟਲ ਦਾ ਪਲਾਟ, ਕੋਈ ਐਮਐਲਏ, ਜਾਂ ਅੱਜ 70 ਸਾਲਾਂ ਚ ਮਨਜੀਤ ਸਿੰਘ ਨੇ ਕੋਈ ਐਮਐਲਏ ਲਈ ਹੋਵੇ, ਕੋਈ ਰਾਜ ਸਭਾ ਲਈ ਹੋਵੇ, ਕੋਈ ਗਵਰਨਰੀ ਲਈ ਹੋਵੇ। ਤੁਸੀਂ ਤੇ ਆਪਣੀ ਧੀਆਂ ਦੇ, ਆਪਣੀ ਨੂੰਹਾਂ ਦਾ, ਆਪਣੇ ਪੁੱਤਰਾਂ ਵਾਸਤੇ ਵਜ਼ੀਰੀਆਂ ਮੰਗਦੇ ਰਹੇ। ਮੇਰਾ ਸਵਾਲ ਇਹ ਹੈ ਕਿ ਤੁਸੀਂ ਆਖਦੇ ਹੋ ਸਾਡੀ ਨੇੜਤਾ ਸੀ, ਹਾਂ 81 ਤੋਂ ਪਹਿਲੇ ਸੀ, ਕੌਮ ਵਾਸਤੇ ਕੰਮ ਲਏ ਨੇ। ਸਾਡਾ ਤਾਂ ਕੋਈ ਪੰਗਾ ਹੀ ਨਹੀਂ ਸੀ 81 ਤੱਕ। ਇੰਦਰਾ ਗਾਂਧੀ ਦਾ ਕੀ ਪੰਗਾ ਸੀ? ਸਾਡਾ ਪੰਗਾ ਤੇ 84 ਚ ਪੈਂਦਾ ਜਾ ਕੇ, ਜਹੇਦਾਰ ਜੀ ਦੀ ਡੈਥ ਤੋਂ ਬਾਅਦ। ਮੈਂ ਇਹ ਸਮਝਦਾ ਵਾਂ, ਹੁਣ ਤੁਸੀਂ ਮੈਨੂੰ ਕਹਿੰਦੇ ਹੋ ਕਿ ਤੁਸੀਂ ਐਗਰੈਸ਼ਨ 'ਚ ਆ ਜਾਂਦੇ ਹੋ। ਇਹ ਦਰਦ ਹੈ ਮੇਰੇ ਅੰਦਰ ਕਿ ਮੈਨੂੰ ਪਤਾ ਕਿ ਅਸੀਂ ਕੌਮ ਨੂੰ ਮੌਤ ਦੇ ਮੂੰਹ ਦੇ ਵਿੱਚ ਆਪ ਝੋਕਿਆ। ਅੱਜ ਭਾਵੇਂ ਕੌਮ ਮੁੜ ਕੇ ਖੜੀ ਹੋਈ ਕਿਉਂਕਿ ਸਾਡੇ 'ਚ ਇੱਕ ਚੜ੍ਹਦੀ ਕਲਾ ਦਾ ਜਜ਼ਬਾ ਹੈ, ਲੇਕਿਨ ਸਾਡੇ ਲੀਡਰਾਂ ਦੀ ਡਾਇਰੈਕਸ਼ਨ ਗਲਤ ਹੋਣ ਕਰਕੇ ਕੌਮ ਇੱਥੇ ਪਹੁੰਚੀ ਹੈ। 1955 ਚ ਪਹਿਲੀ ਸ਼ਹਾਦਤ ਹੁੰਦੀ ਹੈ ਜਦੋਂ ਪੰਜਾਬੀ ਸੂਬੇ ਵਾਸਤੇ ਮੰਗ ਉੱਠਦੀ ਹੈ। 65 ਚ ਜਾ ਕੇ ਸ਼ਹਾਦਤਾਂ ਹੁੰਦੀਆਂ। ਤੁਸੀਂ ਦੇਖੋ, ਤੁਸੀਂ ਕਹਿ ਰਹੇ ਹੋ ਕਿ ਉਸ ਤੋਂ ਪਹਿਲਾਂ ਕਦੇ ਇਸ਼ੂਜ਼ ਨਹੀਂ ਰਹੇ, ਚਾਹੇ ਇੰਦਰਾ ਗਾਂਧੀ ਨਾਲ ਨਾ ਰਹੇ ਹੋਣ। ਸਰਕਾਰਾਂ ਤਾਂ ਕਾਂਗਰਸ ਦੀਆਂ ਰਹਿੰਦੀਆਂ ਆਈਆਂ, ਔਰ ਇੰਦਰਾ ਗਾਂਧੀ ਦੇ ਵੇਲੇ ਵੀ ਜਦੋਂ ਇੰਦਰਾ ਗਾਂਧੀ ਬਣਦੇ ਹੈ ਉਦੋਂ ਇਹ ਸਾਰਾ ਕੁਝ ਪੰਜਾਬੀ ਸੂਬੇ ਦੀ ਮੂਵਮੈਂਟ ਦੀ ਲੜਾਈ ਤਾਂ ਚੱਲੀ ਨਾ ਉਸ ਤੋਂ ਪਹਿਲਾਂ। ਮੈਂ ਸਮਝਦਾ ਕਿ ਉਸ ਵੇਲੇ ਦੇਖੋ, ਇਹ ਪੰਜਾਬ ਦੇ ਇਸ਼ੂਜ਼ ਜਿਹੜੇ ਸੀ, ਜਥੇਦਾਰ ਸੰਤੋਖ ਸਿੰਘ ਉਸ ਵੇਲੇ ਬਹੁਤ ਛੋਟੇ ਸੀਗੇ। ਉਸ ਵੇਲੇ ਇਹ ਦਿੱਲੀ 'ਚ ਆਪਣੇ ਆਪ ਨੂੰ ਉੱਭਰਦੇ ਪਏ ਸੀ। ਪਰ 1955 ਦੇ ਮੋਰਚੇ 'ਚ ਇੱਥੋਂ ਦੀ ਜਾ ਕੇ ਇਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸੀ। ਯੰਗ ਸੀ ਉਸ ਵੇਲੇ, 29 ਦਾ ਜਨਮ ਸੀਗਾ। ਜੇ 29 ਦਾ ਜਨਮ ਹੋਏ ਤੇ 55 'ਚ ਕਿੰਨੇ ਸਾਲ ਦੇ? 26 ਸਾਲ ਦੇ ਹੋਣੇ ਆ। ਕੋਈ ਉਹ ਕੈਲੀਬਰ ਨਹੀਂ ਸੀ ਉਦੋਂ। ਮਾਸਟਰ ਤਾਰਾ ਸਿੰਘ ਸਾਡੇ ਲੀਡਰ ਸੀਗੇ ਵੱਡੇ। ਮਾਸਟਰ ਜੀ ਤੋਂ ਬਾਅਦ ਸੰਤ ਫਤਿਹ ਸਿੰਘ ਆਉਂਦੇ ਨੇ। ਜਹੇਦਾਰ ਜੀ ਤਾਂ 1960-65 ਤੋਂ ਬਾਅਦ ਉਹਨਾਂ ਦਾ ਜਿਹੜਾ ਗ੍ਰਾਫ ਉਹ ਚੱਲਣਾ ਸ਼ੁਰੂ ਹੋਇਆ। ਮੈਂ ਇਹ ਸਮਝਦਾ ਵਾਂ ਕਿ ਅਸੀਂ ਜਿਹੜੇ ਮਸਲੇ ਅਸੀਂ ਟੇਬਲ ਤੇ ਹੱਲ ਕਰ ਸਕਦੇ ਸੀਗੇ, ਉਹ ਅਸੀਂ ਟੇਬਲ ਤੇ ਹੱਲ ਨਹੀਂ ਕੀਤੇ। ਅਸੀਂ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ। ਇਹ ਰਿਅਲਾਈਜੇਸ਼ਨ ਫਿਰ ਜਦੋਂ ਤੁਸੀਂ ਅਕਾਲੀ ਦਲ ਜੁਆਇਨ ਕਰਦੇ ਹੋ 2008 ਚ, ਉਦੋਂ ਕਿਉਂ ਨਹੀਂ ਤੁਹਾਨੂੰ ਹੋਈ? ਇਹ ਰਿਅਲਾਈਜੇਸ਼ਨ ਮੇਰੇ ਕੋਲ ਉਸ ਤੋਂ ਪਹਿਲੇ ਦੀ ਸੀਗੀ, ਲੇਕਿਨ 2008 ਦੇ ਵਿੱਚ ਮੇਰੀ ਲੜਾਈ ਜਿਹੜੀ ਸੀ ਦਿੱਲੀ 'ਚ 1984 ਦੀ ਸੀਗੀ। ਮੈਨੂੰ ਪਤਾ ਸੀ ਮੈਂ ਅਫਗਾਨੀਆਂ ਦਾ 25 ਸਾਲ ਪੁਰਾਣਾ ਕਾਰਡ ਜਿਹੜਾ ਇਸ਼ੂ ਹੈ ਪਾਸਪੋਰਟ ਦਾ, ਉਹ ਹੱਲ ਨਹੀਂ ਕਰਾ ਸਕਦਾ। ਮੈਂ ਸੱਜਣ ਕੁਮਾਰ ਨੂੰ ਅੰਦਰ ਨਹੀਂ ਕਰਾ ਸਕਦਾ। ਇਹਨਾਂ ਨੇ ਕਰਾਉਣਾ ਨਹੀਂ। ਤੁਸੀਂ ਦੱਸੋ, ਮੈਂ ਤੁਹਾਨੂੰ ਇੱਕ ਇੰਸਟੈਂਸ ਦੱਸਦਾ ਜੀ। ਅਜੀਤ ਅਖਬਾਰ ਆਪਾਂ ਸਭ ਜਾਣਦੇ ਹਾਂ। ਬਰਜਿੰਦਰ ਜੀ ਦੇ ਇੱਥੇ ਪ੍ਰੋਗਰਾਮ ਚੱਲਦਾ ਪਿਆ। ਡਾਕਟਰ ਮਨਮੋਹਨ ਸਿੰਘ ਉੱਥੇ ਚੀਫ ਗੈਸਟ, ਪ੍ਰਾਈਮ ਮਿਨਿਸਟਰ। ਬਾਦਲ ਸਾਹਿਬ ਉੱਥੇ ਐਸ ਸੀਐਮ, ਗੈਸਟ ਆਫ ਆਨਰ। ਬਾਦਲ ਸਾਹਿਬ ਆਪਣੇ ਲੈਕਚਰ ਦੇ ਵਿੱਚ ਬੋਲ ਕੇ ਜਾਂਦੇ ਨੇ। ਉਹ ਆਖਦੇ ਨੇ ਕਿ ਡਾਕਟਰ ਸਾਹਿਬ ਇੱਥੇ ਆਏ ਨੇ, ਮੈਂ ਬੇਨਤੀ ਕਰਾਂਗਾ ਕਿ ਇਹ ਪੰਜਾਬ ਬਾਰੇ ਵੀ ਕੁਝ ਸੋਚਣ। ਸਾਡੇ ਕੁਝ ਐਸੇ ਮਸਲੇ ਨੇ, ਅਸੀਂ ਡਾਕਟਰ ਸਾਹਿਬ ਨੂੰ ਕਵਾਂਗੇ ਕਿ ਉਹ ਮਸਲੇ ਸਾਡੇ ਹੱਲ ਕਰਨ। ਅਸੀਂ ਕਈ ਵਾਰੀ ਇਹਨਾਂ ਦੇ ਨੋਟਿਸ 'ਚ ਲਿਆਂਦੇ ਹੋ। ਹੁਣ ਤੁਹਾਨੂੰ ਪਤਾ ਡਾਕਟਰ ਆਪਣੇ ਮਨਮੋਹਨ ਸਿੰਘ ਕਦੀ ਲਾਈਨ ਤੋਂ ਪਰੇ ਜਾ ਕੇ ਨਹੀਂ ਬੋਲਦੇ। ਇਹ ਔਨ ਰਿਕਾਰਡ ਹੈ ਕਿ ਅਜੀਤ ਦੇ ਸਾਲਾਨਾ ਸਮਾਗਮ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਬੋਲਦੇ ਨੇ ਕਿ ਬਾਦਲ ਸਾਹਿਬ ਮੇਰੇ ਪਾਸ ਆਤੇ ਹੈ, ਮੇਰੇ ਕੋਲ ਆਉਂਦੇ ਨੇ, ਔਰ ਜਦੋਂ ਵੀ ਮੇਰੇ ਤੋਂ ਟਾਈਮ ਮੰਗਦੇ ਨੇ ਮੈਂ ਟਾਈਮ ਦਿੰਦਾ ਵਾਂ। ਪਰ ਬਾਦਲ ਸਾਹਿਬ ਮੇਰੇ ਕੋਲ ਕਦੀ ਕੌਮ ਦਾ ਕੰਮ ਨਹੀਂ ਲੈ ਕੇ ਆਏ। ਮੇਰੇ ਕੋਲ ਜਦੋਂ ਵੀ ਆਏ ਆਪਣੇ ਨਿੱਜੀ ਕੰਮ ਲੈ ਕੇ ਆਏ। ਹੁਣ ਇਹਨਾਂ ਨੂੰ ਨਿੱਜੀ ਕੰਮਾਂ 'ਚੋਂ ਵੇਲ ਨਹੀਂ ਸੀ। ਮਨਜੀਤ ਸਿੰਘ ਨੂੰ ਪਤਾ ਸੀਗਾ ਕਿ ਇਸ ਪਲੇਟਫਾਰਮ 'ਤੇ ਤੂੰ ਕੰਮ ਕਰ ਸਕਦਾ। ਹੁਣ ਮੇਰੇ ਕੰਮਾਂ ਦੀ ਫਹਿਰਿਸਤ ਹੈ, ਔਰ ਉਹ ਫਹਿਰਿਸਤ ਹੈ ਜਿਹਦਾ ਕੋਈ, ਮੈਂ ਸਮਝਦਾ ਕਿ ਨੇੜੇ ਵੀ ਨਹੀਂ ਆ ਸਕਦੇ। ਅੱਜ ਇਹ ਕਹਿੰਦੇ ਨੇ ਕਿ ਸਾਡੇ 2 ਸਾਲ ਬੇਮਿਸਾਲ, ਤੁਹਾਡੇ 6 ਸਾਲ ਖਤਮ ਨੇ। ਮੈਂ ਸਮਝਦਾ ਇਹ ਦੁਨੀਆ ਜਾਣਦੀ ਹੈ, ਉਹ ਕੰਮ ਬੋਲਦੇ ਨੇ। ਔਰ ਜੇ ਕੰਮ ਬੋਲਦੇ ਨੇ, ਇਹ ਜੇ ਤੁਹਾਡੇ ਸਾਹਮਣੇ ਕੋਈ ਇਤਿਹਾਸ ਪਿਆ ਹੈਗਾ, ਤੇ ਮੈਂ ਸਮਝਦਾ ਹਲੇ ਤਾਂ ਬੜਾ ਕੁਛ ਹੈ ਮੇਰੇ ਕੋਲ ਕਹਿਣ ਨੂੰ, ਜਿਹੜਾ ਫਿਰ ਕਦੀ ਮੌਕਾ ਮਿਲੇ ਤਾਂ ਜ਼ਰੂਰ ਤੁਹਾਡੇ ਨਾਲ ਗੱਲ ਕਰਾਂਗਾ। ਮਨਜੀਤ ਸਿੰਘ ਜੀਕੇ ਨੂੰ ਜੇ ਉਦੋਂ ਤੁਸੀਂ ਕਹਿ ਰਹੇ ਹੋ ਕਿ ਤਿੰਨਾਂ ਨੇ, ਤਿੱਕੜੀ ਨੇ ਤੁਹਾਨੂੰ ਪਾਸੇ ਕਰਨਾ ਸ਼ੁਰੂ ਕੀਤਾ, ਜੇ ਨਾ ਕਰਦੇ ਫਿਰ ਨਾ ਸ਼ਾਇਦ ਮਨਜੀਤ ਸਿੰਘ ਜੀਕੇ ਬੋਲਦੇ ਕਦੇ ਵੀ। ਅੱਜ ਵੀ ਅਕਾਲੀ ਦਲ 'ਚ ਬੈਠੇ ਹੁੰਦੇ, ਅੱਜ ਵੀ ਪ੍ਰਧਾਨਗੀ ਤੇ ਬੈਠੇ ਹੁੰਦੇ। ਮੈਂ ਸਮਝਦਾ ਵਾਂ ਕਿ ਜੇ ਮੈਂ ਬਠਿੰਡੇ ਇਲੈਕਸ਼ਨ ਚੱਲਦੀ ਹੋਵੇ, ਅਕਾਲੀ ਦਲ ਦੇ ਵਕਾਰ ਦਾ ਸਵਾਲ ਹੋਵੇ, ਇਹ ਡੇਰੇ ਨੂੰ ਮਾਫੀ ਕਰ ਚੁੱਕੇ ਨੇ, ਤੇ ਮੈਂ ਉੱਥੇ ਬੈਠ ਕੇ ਡੇਰੇ ਦੀ ਰਖੇਦੀ ਕਰਦਾ ਪਿਆ, ਪ੍ਰੈਸ ਕਾਨਫਰੰਸ ਜਿੰਦੇ ਪਾਰਟੀ ਉਦੋਂ ਤੁਸੀਂ। ਮੈਂ ਭਾਜੀ, ਜਦੋਂ ਮੈਨੂੰ ਇਹਨਾਂ ਨੇ ਕਹਿ ਦਿੱਤਾ ਕਿ ਤੂੰ ਹੁਣ ਦਿੱਲੀ ਚਲੇ ਜਾ, ਤੂੰ ਆਪਣਾ ਕੰਮ ਬੰਦ ਕਰ ਦੇ, ਮੇਰਾ ਕੰਮ, ਹਾਂ ਜਦੋਂ ਮਾਫੀ ਹੋਈ, ਡੇਰੇ ਦੀ ਮਾਫੀ ਜਦੋਂ ਹੁੰਦੀ ਹੈ, ਉਦੋਂ ਛੱਡ ਦਿੰਦੇ ਤੁਸੀਂ ਪਾਰਟੀ ਨੂੰ? ਸਰ, ਮੈਨੂੰ ਅਕਾਲ ਤਖਤ ਦਾ ਜਥੇਦਾਰ ਬੁਲਾ ਕੇ ਆਖੇ ਕਿ ਉਹਨਾਂ ਨੇ ਸਾਡੇ ਤੋਂ ਮਾਫੀ ਮੰਗੀ ਹੈ। ਇਹ ਗੱਲਾਂ ਤੇ ਬਾਅਦ 'ਚ ਖੁੱਲ ਰਹੀਆਂ ਨੇ, ਜਦੋਂ ਪਟਨਾ ਸਾਹਿਬ ਵਾਲੇ ਬੋਲਦੇ ਪਏ ਨੇ ਆ ਕੇ ਜਥੇਦਾਰ ਕਿ ਚਿੱਠੀ ਤੇ ਅੰਦਰ ਟਾਈਪ ਹੋਈ ਹੈ। ਤੁਹਾਨੂੰ ਅੰਦਰ ਨਹੀਂ ਪਤਾ ਸੀ ਕੀ ਚੱਲ ਰਿਹਾ? ਕਮਾਲ ਹੈ, ਸਾਨੂੰ ਕਿਵੇਂ ਪਤਾ ਹੋ ਸਕਦਾ?
ਸਾਨੂੰ ਤੇ ਇਹ ਆਖਿਆ ਗਿਆ ਕਿ ਇਹ ਤੇ ਸਾਨੂੰ ਇਹ ਸਮਝ ਆ ਗਈ ਜਦੋਂ ਗੱਲ ਕਿ ਕੋਈ ਨਾ ਕੋਈ ਗੜਬੜਾ, ਮੈਂ ਇਸ਼ਤਿਹਾਰ ਕਿਉਂ ਨਹੀਂ ਦਿੱਤੇ। ਫਿਰ ਜਿਹੜੇ ਦਮਦਮਾ ਆਪਣੇ ਸਾਬੋ ਕੀ ਤਲਵੰਡੀ ਵਾਲੇ ਜਥੇਦਾਰ ਜਿਹੜੇ ਨੇ ਗੁਰਮੁਖ ਸਿੰਘ ਜੀ, ਉਹ ਬੋਲਦੇ ਨੇ ਕਿ ਸਰਸਾ ਮੈਨੂੰ ਫੋਨ ਕਰਕੇ ਧਮਕਾ ਰਿਹਾ ਕਿ ਸਵੇਰੇ ਜਾ ਕੇ ਡੇਰੇ ਵਾਲੇ ਇਸ਼ੂ ਦੇ ਉੱਤੇ ਤੁਸੀਂ ਮੋਹਰ ਲਾਣੀ ਆ, ਅੰਗੂਠਾ ਲਾਣਾ ਹੈ। ਇਹ ਗੱਲਾਂ ਤੇ ਬਾਅਦ ਚ ਪਰਤਾਂ ਖੁੱਲਦੀਆਂ ਪਈਆਂ। ਜੇ ਜਥੇਦਾਰ ਅਕਾਲ ਤਖਤ ਮੈਨੂੰ ਕਹਿ ਰਹੇ ਨੇ ਕਿ ਸਾਡੇ ਕੋਲ ਮਾਫੀ ਆਈ ਹੈ, ਬੰਦਾ ਮਾਫੀ ਮੰਗਦਾ ਪਿਆ, ਅਸੀਂ ਮਾਫੀ ਨਾ ਦਈਏ ਤੇ ਹੋਰ ਕੀ ਕਰੀਏ, ਅਸੀਂ ਮਾਫੀ ਦਿੱਤੀ ਨਹੀਂ, ਅਸੀਂ ਤਾਂ ਹਲੇ ਕੰਸੀਡਰੇਸ਼ਨ ਨਹੀਂ ਰੱਖੀ ਹੈ। ਉਹਨਾਂ ਨੇ ਗੱਲ ਜਦੋਂ ਗੱਲਾਂ ਖੁੱਲੀਆਂ ਨੇ ਅਸੀਂ ਖੁੱਲ ਕੇ ਬੋਲੇ ਹਾਂ। ਅਕਾਲੀ ਦਲ ਕਹਿੰਦਾ ਹੈ ਕਿ ਪ੍ਰਧਾਨ ਬਣਨ ਤੋਂ ਬਾਅਦ ਜੀਕੇ ਸਾਹਿਬ ਵੱਡੀਆਂ ਕਾਰਾਂ 'ਚ ਬੈਠਣ ਲੱਗ ਗਏ, ਇਸ ਤੋਂ ਪਹਿਲਾਂ ਦਿਖਾਓ ਕਿ ਜੀਕੇ ਸਾਹਿਬ ਦਾ ਲਾਈਫ ਸਟਾਈਲ ਕੈਸਾ ਸੀ, ਹੁਣ ਦਾ ਲਾਈਫ ਸਟਾਈਲ ਕੈਸਾ ਹੈ। ਮੈਂ ਸਮਝਦਾ ਵਾਂ ਕਿ ਇਹ ਮੈਨੂੰ ਆਪਣੀ ਬੈਲੈਂਸ ਸ਼ੀਟ ਦੇਣ ਦੀ ਲੋੜ ਨਹੀਂ। ਮੇਰੇ ਕੋਲ ਉਸ ਤੋਂ ਪਹਿਲੇ ਵੀ ਵੱਡੀਆਂ ਕਾਰਾਂ ਸੀ ਤੇ ਮੇਰੇ ਕੋਲ ਅੱਜ ਵੀ ਉਹੀ ਸਟੈਂਡਰਡ ਹੈ। ਮੇਰੇ ਕੋਲ ਮੈਂ ਅਰਬੋਪਤੀ ਆਦਮੀ ਨਹੀਂ ਹਾਂ, ਮੈਂ ਕੋਈ ਖਰਬੋਪਤੀ ਆਦਮੀ ਨਹੀਂ ਹਾਂ, ਨਾ ਮੈਂ ਸਰਕਾਰਾਂ ਤੋਂ ਹੋਟਲ ਲਏ ਨੇ, ਨਾ ਮੈਂ ਕੌਮ ਦੀ ਪਿੱਠ 'ਚ ਛੁਰਾ ਮਾਰਿਆ। ਅਸੀਂ ਆਪਣਾ ਬਿਜ਼ਨਸ ਕਰਦੇ ਹਾਂ, ਆਪਣੀ ਕਮਾਈ ਕਰਦੇ ਹਾਂ। ਮੇਰੇ ਪਿਤਾ ਵੀ ਕਿਰਤ ਕਰਦੇ ਸੀ, ਮੈਂ ਵੀ ਕਿਰਤ ਕਰਦਾ। ਸਾਡੀ ਫੈਕਟਰੀਆਂ ਰਹੀਆਂ ਨੇ, ਅਸੀਂ ਚਲਾਉਂਦੇ ਰਹੇ ਹਾਂ। ਸਾਡਾ ਕੋਕੋਲਾ ਦਾ ਪਲਾਂਟ ਰਿਹਾ ਹੈ, ਕੈਂਪਾ ਕੋਲਾ ਦਾ ਯੂਨਿਟ ਰਿਹਾ ਹੈ। ਮੈਂ ਪੁਰਾਣੀਆਂ ਗੱਲਾਂ ਕਰਦਾ ਪਿਆ ਵਾਂ। ਸੋ ਇਸ ਕਰਕੇ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਜੀਕੇ ਸਾਹਿਬ ਕੋਲ ਕੀ ਹੈ ਕੀ ਨਹੀਂ। ਇਹ ਬੈਲੈਂਸ ਸ਼ੀਟ ਸਭ ਨੂੰ ਪਤਾ ਹੈ, ਬੈਲੈਂਸ ਸ਼ੀਟ ਹੈਗੀ ਹੈ। ਤੁਸੀਂ ਜੇ ਸੰਗਤ ਨੇ ਤੁਹਾਨੂੰ ਸਪੋਰਟ ਕੀਤੀ ਹੈ, ਸੰਗਤ ਨੇ ਤੁਹਾਨੂੰ ਮੌਕਾ ਦਿੱਤਾ, 70 ਸਾਲ ਦਾ ਇਤਿਹਾਸ ਤੁਹਾਡੇ ਸਾਹਮਣੇ ਹੈ, ਉਹਦੇ ਤੇ ਮੇਰੇ ਨਾਲ ਜਿਹੜੀ ਮਰਜ਼ੀ ਡਿਬੇਟ ਕਰਦੇ। ਇੱਕ ਆਖਰੀ ਸਵਾਲ ਹੈ ਮੇਰਾ, ਇਹ ਸੁਣਨ 'ਚ ਆਇਆ ਕਿ ਇੱਕ ਵਾਰ ਜਦੋਂ ਤੁਹਾਡੇ ਪਿਤਾ ਦੀ ਮੇਰੇ ਖਿਆਲ ਭੋਗ ਸੀਗਾ, ਉਸ ਤੋਂ ਇੱਕ ਦਿਨ ਪਹਿਲਾਂ ਗਿਆਨੀ ਜੈਲ ਸਿੰਘ ਤੁਹਾਨੂੰ ਬੁਲਾਉਂਦੇ ਹੈ ਔਰ ਤੁਹਾਡੀ ਆਪਸ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ, ਸੰਤਾਂ ਨੇ ਆਉਣਾ ਹੁੰਦਾ ਹੈ। ਕੀ ਇਸ ਤਰ੍ਹਾਂ ਦਾ ਕੁਝ ਹੋਇਆ ਸੀ? ਇਹ ਬੜਾ ਇੰਟਰਸਟਿੰਗ ਟੌਪਿਕ ਤੁਸੀਂ ਛੇੜਿਆ। ਸੰਤਾਂ ਨੇ ਆਪ ਆਪਣੇ ਲੈਕਚਰ 'ਚ ਨਰੇਟ ਕੀਤਾ ਔਰ ਮਾਰਕ ਟੱਲੀ ਜਿਹੜਾ BBC ਦਾ ਬਹੁਤ ਵੱਡਾ ਕੋਰਸਪੋਂਡੈਂਟ ਹੈ, ਉਹਨੇ 1984 ਦੇ ਗੋਲਡਨ ਟੈਂਪਲ ਐਕਸ਼ਨ ਤੇ ਇੱਕ ਬੁੱਕ ਲਿਖੀ, ਉਹਦੇ 'ਚ ਫੋਟੋ ਵੀ ਛਾਪੀ ਹੈ ਗਿਆਨੀ ਜੀ ਦੀ ਔਰ ਸੰਤ ਜਰਨੈਲ ਸਿੰਘ ਮੇਰੇ ਘਰ ਇਕੱਠੇ ਬੈਠੇ ਹੈ ਜਥੇਦਾਰ ਜੀ ਦੇ ਭੋਗ ਦੇ ਉੱਤੇ, ਔਰ ਸਾਰੀ ਵਾਰਦਾਤ ਲਿਖੀ ਹੈ। ਉਹਦੇ ਵਿੱਚ ਸੰਤ ਜੀ ਮੈਨੂੰ ਫੋਨ ਕਰਦੇ ਆ। ਮੇਰੇ ਪਿਤਾ ਦੀ ਅਸੈਸੀਨੇਸ਼ਨ ਹੁੰਦੀ ਹੈ 21 ਦਸੰਬਰ 1981। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਜੇ 1981 'ਚ ਮੇਰੇ ਪਿਤਾ ਦੀ ਡੈਥ ਹੋ ਰਹੀ ਹੈ, ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਤੁਹਾਡੀ ਨੇੜਤਾ ਰਹੀ ਹੈ, ਤੇ ਤੁਸੀਂ ਇਹ ਕਿਉਂ ਨਹੀਂ? ਤੇ ਸੰਤ ਸਾਡੇ ਇੱਥੇ ਆਉਂਦੇ, ਚਾਚਾ ਚੰਡੀਗੜ੍ਹੀਆ ਜਿਨ੍ਹਾਂ ਨੂੰ ਡਾਕਟਰ ਗੁਰਨਾਮ ਸਿੰਘ ਤੀਰ, ਮੈਨੂੰ ਉਹਨਾਂ ਦਾ ਲੈਕਚਰ ਦੀ 17 ਨਹੀਂ ਭੁੱਲਦੀਆਂ ਕਿ ਜੋ ਬੋਲ ਕੇ ਗਏ ਇੱਥੇ। ਮੈਂ ਸਮਝਦਾ ਉਹ ਲੰਬੀ ਹੋ ਜੂ ਗੱਲ, ਲੇਕਿਨ ਤੁਹਾਡੇ ਸਵਾਲ ਤੇ ਆਵਾਂ। ਮੈਨੂੰ ਉਹਨਾਂ ਦਾ 3 ਜਨਵਰੀ ਨੂੰ ਭੋਗ 1982 ਨੂੰ ਸੀਗਾ। 2 ਜਨਵਰੀ ਦੀ ਰਾਤ ਮੈਨੂੰ ਫੋਨ ਆਉਂਦਾ ਹੈ ਗਿਆਨੀ ਜ਼ੈਲ ਸਿੰਘ ਦੇ PA ਦਾ, ਉਹ ਰੇਸਕੋਸ ਰੋਡ ਰਹਿੰਦੇ ਸੀ ਜਿੱਥੇ PM ਅੱਜ ਰਹਿੰਦੇ ਨੇ। ਉਹਨਾਂ ਦਾ ਫੋਨ ਆਉਂਦਾ ਕਿ ਗਿਆਨੀ ਜੀ ਤੁਹਾਨੂੰ ਯਾਦ ਕਰ ਰਹੇ ਨੇ। ਸਾਡਾ ਉਸ ਵੇਲੇ ਬੁਰਾ ਹਾਲ ਸੀ ਪਰਿਵਾਰ ਦਾ, ਪਿਤਾ ਦੀ ਡੈਥ ਹੋ ਗਈ, ਮੇਰੀ 22-23 ਸਾਲ ਉਮਰ ਸੀਗੀ, ਸਾਨੂੰ ਸਮਝ ਹੀ ਨਹੀਂ ਆ ਰਹੀ ਸੀ ਸਾਡੇ ਨਾਲ ਹੋਇਆ ਕੀ ਹੈ। ਐਨੀਵੇ ਮੈਂ ਕਿਹਾ ਜੀ ਮੈਂ ਆਉਣਾ। ਕਹਿੰਦੇ ਨਹੀਂ ਤੁਸੀਂ ਆਉਣਾ ਨਹੀਂ, ਗਿਆਨੀ ਜੀ ਦੀ ਗੱਡੀ ਆ ਰਹੀ ਤੁਹਾਨੂੰ ਲੈਣ, 10 ਮਿੰਟਾਂ 'ਚ ਪਹੁੰਚਣਾ ਨਹੀਂ। ਮੈਂ ਜਦੋਂ ਗਿਆਨੀ ਜੀ ਕੋਲ ਚਲ ਜਾਣਾ ਵਾ, ਉਹਨਾਂ ਦੇ ਕਮਰੇ 'ਚ ਬੈਡਰੂਮ 'ਚ ਬੁਲਾ ਲੈਂਦੇ ਆ ਤੇ ਬੈਠ ਬੇਟਾ। ਮੈਂ ਬੈਠ ਗਿਆ। ਮੈਨੂੰ ਕਹਿੰਦੇ ਕੱਲ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦਾ ਫੋਨ ਆਇਆ, ਮਤਲਬ ਤੁਹਾਡੇ ਭੋਗ 'ਤੇ ਆ ਰਹੇ ਜਥੇਦਾਰ ਜੀ ਦੇ। ਮੈਂ ਕਿਹਾ ਹਾਂਜੀ ਆ ਰਹੇ ਨੇ। ਕਹਿੰਦਾ ਮਨਜੀਤ ਉਹਨਾਂ ਨੂੰ ਰੋਕਣਾ ਪਏਗਾ, ਗਿਆਨੀ ਜੀ ਕਹਿੰਦੇ ਮੈਨੂੰ। ਮੈਂ ਗਿਆਨੀ ਜੀ ਦੀ ਸ਼ਕਲ ਦੇਖਣ ਲੱਗ ਪਿਆ। ਮੈਂ ਗਿਆਨੀ ਜੀ ਮੈਂ ਕਿੱਦਾਂ ਰੋਕ ਸਕਦਾ ਵਾਂ? ਉਹਨਾਂ ਦਾ ਫੋਨ ਆਇਆ ਕਿ ਮੈਂ ਅਰਦਾਸ ਵੀ ਕਰਾਂਗਾ ਔਰ ਟਕਸਾਲ ਵੱਲੋਂ ਦਸਤਾਰ ਵੀ ਤੁਹਾਨੂੰ ਦਿੱਤੀ ਜਾਏਗੀ। ਮੈਂ ਸਿਆਸਤ 'ਚ ਆਉਣਾ ਨਹੀਂ ਸੀ। ਸੰਤਾਂ ਨੇ ਉਦੋਂ ਐਲਾਨ ਕੀਤਾ ਖੁਦ ਭੋਗ ਦੇ ਉੱਤੇ ਕਿ ਪਰਿਵਾਰ ਵੱਲੋਂ ਮਨਜੀਤ ਸਿੰਘ ਹੋਏਗਾ। ਮੈਨੂੰ ਸਿਆਸਤ 'ਚ ਵੀ ਸੰਤ ਲੈ ਕੇ ਆਉਂਦੇ। ਐਨੀਵੇ ਮੈਂ ਕਿਹਾ ਗਿਆਨੀ ਜੀ ਮੈਂ ਕਿੱਦਾਂ ਮਨਾ ਕਰ ਸਕਦਾ? ਤੇ ਕਾਫੀ ਬੋਲਣ ਤੋਂ ਬਾਅਦ ਮੈਨੂੰ ਕਹਿੰਦੇ ਜੇ ਸੰਤ ਜੀ ਆ ਰਹੇ ਨੇ ਤੇ ਫਿਰ ਮੈਂ ਨਹੀਂ ਆਊਂਗਾ। ਮੈਂ ਉੱਠ ਕੇ ਖੜਾ ਹੋ ਗਿਆ। ਮੈਨੂੰ ਕਹਿੰਦੇ ਨਹੀਂ ਬਹਿ ਜਾ ਚੱਲਿਆ ਕਿੱਥੇ ਆ ਤੇ ਤੂੰ ਕੋਈ ਰਸਤਾ ਸੋਚ। ਮੈਂ ਕਿਹਾ ਗਿਆਨੀ ਜੀ ਮੈਂ ਰਸਤਾ ਸੋਚਾਂ? ਮੇਰੇ ਘਰ ਵਿਆਹ ਰੱਖਿਆ ਕਿ ਮੈਂ ਕਾਰਡ ਛਾਪੇ ਨੇ, ਮੈਂ ਕਿਸੇ ਨੂੰ ਨਹੀਂ ਇਨਵਾਈਟ ਕੀਤਾ। ਮੇਰੇ ਪਿਤਾ ਦੇ ਅਗਰ ਦੁਸ਼ਮਣ ਵੀ ਆ ਰਹੇ ਨੇ ਜਿਨ੍ਹਾਂ ਦਾ ਉਹਨਾਂ ਦਾ ਨਾਂ ਵੱਜਦਾ ਕਤਲ ਦੇ ਵਿੱਚ, ਉਹ ਵੀ ਆ ਰਹੇ ਨੇ ਤੇ ਦੇ ਆਰ ਵੈਲਕਮ ਟੂ ਕਮ। ਮੈਂ ਨਾ ਇਨਵਾਈਟ ਕਰ ਰਿਹਾ ਨਾ ਮੈਂ ਕਿਸੇ ਨੂੰ ਰੋਕ ਰਿਹਾ। ਗਿਆਨੀ ਜੀ ਫੈਸਲਾ ਤੁਸੀਂ ਕਰੋ, ਤੁਸੀਂ ਆਣਾ ਕਿ ਨਹੀਂ ਆਣਾ। ਮੈਂ ਫਿਰ ਖਲੋ ਗਿਆ, ਫਿਰ ਬਿਠਾ ਲਿਆ ਮੈਨੂੰ। ਕਹਿੰਦਾ ਨਹੀਂ ਫਿਰ ਇੱਕ ਕੰਮ ਕਰ ਤੂੰ। ਮੈਂ ਕਿਹਾ ਦੱਸੋ ਜੀ। ਕਹਿੰਦੇ ਤੁਸੀਂ ਸਵੇਰੇ ਨਾ ਕੋਈ ਪੋਲੀਟੀਕਲ ਲੈਕਚਰ ਨਾ ਕਰਾਉਣਾ, ਸਿਰਫ ਅਖੰਡ ਪਾਠ ਦਾ ਭੋਗ ਪਵੇ, ਕੀਰਤਨ ਹੋਵੇ। ਮੈਂ ਕਿਹਾ ਜੀ ਪ੍ਰੋਗਰਾਮ ਹੀ ਇਹੀ ਹੈ। ਡਾਕਟਰ ਜਸਪਾਲ ਸਿੰਘ ਕੋਲ ਸਟੇਜ ਹੋਏਗੀ, ਜਿਹੜੇ ਵਾਈਸ ਚਾਂਸਲਰ ਰਹੇ ਨੇ ਉਹਨਾਂ ਕੋਲ ਸਟੇਜ ਹੋਏਗੀ, ਅਸੀਂ ਕੋਈ ਪੋਲੀਟੀਕਲ ਲੈਕਚਰ ਨਹੀਂ ਕਰਾਉਣਾ। ਗਿਆਨੀ ਜੀ ਨੇ ਆਖਿਆ ਠੀਕ ਹੈ ਫਿਰ ਮੈਂ ਆਉਂਦਾ ਵਾ। ਮੈਂ ਨਿਕਲਾ। ਔਰ ਇਹ ਗੱਲ ਗਿਆਨੀ ਜੀ ਨੇ ਆਪਣੇ ਲੈਕਚਰ 'ਚ ਵੀ ਬੋਲੀ, ਸੌਰੀ ਭਿੰਡਰਾਂ ਵਾਲਿਆਂ ਨੇ ਆਪਣੇ ਲੈਕਚਰ 'ਚ ਵੀ ਬੋਲੀ ਹੈ। ਜਦੋਂ ਮੈਂ ਆਮੋ ਸਾਹਮਣੇ ਹੋਏ ਫਿਰ ਉਹ ਉਸ ਦਿਨ ਬਹੁਤ ਵਧੀਆ ਤਰੀਕੇ ਨਾਲ
ਜਦੋਂ ਮੈਂ ਮਹਾਰਾਜ ਦੀ ਤਾਬਿਆ ਬੈਠਾ ਸੀਗਾ, ਹਲੇ ਅੰਦਰ ਪਾਠ ਦਾ ਭੋਗ ਪੈ ਰਿਹਾ ਸੀ, ਬਾਹਰ ਦੀਵਾਨ ਪਾਰਕ ਹੈ ਸਾਡੇ ਘਰ ਦੇ ਅੱਗੇ, ਉੱਥੇ ਕੀਰਤਨ ਹੋਣਾ ਸੀਗਾ। ਜਦੋਂ ਸੰਤ ਜੀ ਪਹਿਲੇ ਆ ਜਾਂਦੇ ਨੇ, ਸੰਤ ਜੀ ਬਾਬਾ ਜੀ ਦੀ ਤਾਬਿਆ ਬਹਿ ਜਾਂਦੇ ਨੇ ਔਰ ਮੈਂ ਉਹਨਾਂ ਨੂੰ ਚੌਰ ਸਾਹਿਬ ਦੇ ਦਿੰਦਾ ਵਾਂ, ਉਹ ਚੌਰ ਕਰਨ ਲੱਗ ਜਾਂਦੇ ਨੇ। ਥੋੜ੍ਹੀ ਦੇਰ ਬਾਅਦ ਗਿਆਨੀ ਜੀ ਦੀ ਐਂਟਰੀ ਹੁੰਦੀ ਹੈ। ਜਿਵੇਂ ਗਿਆਨੀ ਜੀ ਆਉਂਦੇ ਤੇ ਜਦੋਂ ਤੁਸੀਂ ਮਹਾਰਾਜ ਦੇ ਮੱਥਾ ਟੇਕਣ ਲੱਗਦੇ ਤੇ ਜਿਹੜੇ ਵੀ ਗ੍ਰੰਥੀ ਸਾਹਿਬ ਭਾਈ ਸਾਹਿਬ ਬੈਠੇ ਹੁੰਦੇ ਅੱਖ ਰਲਦੀ ਹੈ। ਗਿਆਨੀ ਜੀ ਨੇ ਫਤਿਹ ਬੁਲਾਈ, ਸੰਤਾਂ ਨੇ ਮੂੰਹ ਪਰੇ ਕਰ ਲਿਆ, ਮੱਥਾ ਟੇਕ ਕੇ ਫਿਰ ਜਦੋਂ ਉੱਠਦੇ ਹੋ ਫਿਰ ਅੱਖ ਮਿਲਦੀ ਹੈ। ਫਿਰ ਉਹਨਾਂ ਨੇ ਫਤਿਹ ਬੁਲਾਈ, ਉਹਨਾਂ ਨੇ ਫਿਰ ਮੂੰਹ ਪਰੇ ਕਰ ਲਿਆ। ਮੈਂ ਤੁਹਾਨੂੰ ਫੋਟੋ ਵੀ ਉਹਦੀ ਦੇਵਾਂਗਾ ਹੁਣੇ। ਉਹਦੇ ਬਾਅਦ ਸੰਤ ਜੀ ਮਹਾਰਾਜ ਦੀ ਤਾਬਿਆ ਬੈਠੇ ਤੇ ਗਿਆਨੀ ਜੀ ਇਸ ਪਾਸੇ ਆ ਕੇ, ਮੈਂ ਬੈਠਾ ਵਾਂ, ਜੈਇੰਦਰ ਸਿੰਘ MLA ਸੀਗੇ, ਹੋਰ ਸੰਤ ਸੁਜਾਨ ਸਿੰਘ ਜਿਹੜੇ ਸੰਤਾਂ ਦੇ ਖਾਸ ਸੀਗੇ, ਔਰ ਉਹਨਾਂ ਨਾਲ ਗਿਆਨੀ ਜੀ ਆ ਕੇ ਬਹਿ ਜਾਂਦੇ। ਬਹਿਣ ਤੋਂ ਬਾਅਦ ਗਿਆਨੀ ਜੀ ਫਿਰ ਫਤਿਹ ਬੁਲਾਉਂਦੇ ਨੇ, ਸੰਤ ਮੂੰਹ ਦੂਜੇ ਪਾਸੇ ਕਰ ਲੈਂਦੇ ਨੇ। ਮੈਂ ਇਹ ਸਾਰੀ ਚੀਜ਼ ਦੇਖ ਰਿਹਾ ਸੀ ਕਿਉਂਕਿ ਮੈਨੂੰ ਇੱਕ ਰਾਤ ਪਹਿਲੇ ਗਿਆਨੀ ਜੀ ਨੇ ਬੁਲਾਇਆ ਸੀ, ਹੋਮ ਮਿਨਿਸਟਰ ਨੇ, ਕਿ ਸੰਤਾਂ ਨੂੰ ਮਨਾ ਕਰੋ, ਉਹਨਾਂ ਨੂੰ ਨਹੀਂ ਆਉਣਾ ਚਾਹੀਦਾ। ਇਹ ਸਭ ਕੁਝ ਹੋ ਜਾਂਦਾ ਜਦੋਂ ਭੋਗ ਪੈਂਦਾ ਹੈ, ਅਰਦਾਸ ਹੁੰਦੀ ਹੈ, ਸੰਤ ਜੀ ਖੁਦ ਅਰਦਾਸ ਕਰਦੇ ਆ। ਅਰਦਾਸ ਤੋਂ ਬਾਅਦ ਸੰਤ ਜੀ ਆਪ ਹੀ ਵਾਕ ਲੈਂਦੇ ਆ। ਜਦੋਂ ਵਾਕ ਲੈਂਦੇ ਨੇ, ਵਾਕ ਦੀ ਵਿਆਖਿਆ ਸ਼ੁਰੂ ਕਰ ਦਿੰਦੇ ਆ। ਉਹ ਵਾਕ ਦੀ ਵਿਆਖਿਆ ਕਰਦੇ ਕਰਦੇ ਉਹ ਸਿੱਧਾ ਗਿਆਨੀ ਜੀ ਦਾ ਉਹ ਹਾਲ ਕਰ ਦਿੰਦੇ ਨੇ ਜਿਹੜਾ ਮੈਂ ਕੰਨਾਂ ਨੂੰ ਹੱਥ ਲਾਉਣਾ, ਮੈਂ ਵੀ ਪਸੀਨੋ ਪਸੀਨ ਹੋ ਗਿਆ ਕਿ ਕੀਤਾ ਕੀ। ਜਨਵਰੀ ਦਾ ਮਹੀਨਾ, ਠੰਡ ਦੇ ਵਿੱਚ ਮੈਨੂੰ ਤਰੇੜੀਆਂ ਆ ਗਈਆਂ। ਸੰਤ ਵਿਆਖਿਆ ਕਰਦੇ ਕਰਦੇ ਬੋਲਦੇ ਨੇ, ਉਹ ਆਖਦੇ ਹੈ ਕਿ ਪਿੰਡ 'ਚ ਚੱਲ ਜਾਓ ਨਾ, ਤੇ ਜੇ ਕਿਸੇ ਨੂੰ ਖੋਤੇ ਤੇ ਬਿਠਾਇਆ ਹੋਵੇ, ਗਲ 'ਚ ਛਿੱਤਰਾਂ ਦਾ ਹਾਰ ਪਾਇਆ ਹੋਵੇ, ਮੂੰਹ ਕਾਲਾ ਕੀਤਾ ਹੋਵੇ, ਤੇ ਇਹ ਹੁੰਦਾ ਕਿ ਇਹਨਾਂ ਨੇ ਬਹੁਤ ਹੀ ਘਟੀਆ ਤੇ ਘਿਨਾਉਣਾ ਕੰਮ ਕੀਤਾ, ਕਿਸੇ ਦੀ ਧੀ ਭੈਣ ਨਾਲ ਗਲਤ ਕੀਤਾ। ਮੈਨੂੰ ਨਹੀਂ ਸਮਝ ਆਉਂਦੀ ਕਿ ਇੱਥੇ ਦੇਸ਼ ਦੇ ਵੱਡੇ ਵੱਡੇ ਲੀਡਰ ਸਾਹਿਬਾਨ ਬੈਠੇ ਨੇ ਜਿਹੜੇ ਆਪੇ ਹੀ ਆਪਣਾ ਮੂੰਹ ਕਾਲਾ ਕੀਤੀ ਬੈਠੇ ਨੇ, ਪਤਾ ਨਹੀਂ ਇਹਨਾਂ ਨੇ ਕੀ ਕੀ ਕੁਕਰਮ ਕੀਤੇ ਨੇ। ਮੈਂ ਨੀਵੀਂ ਪਾ ਲਈ, ਮੈਂ ਕਿਹਾ ਇਹ ਸੱਚੇ ਪਾਤਸ਼ਾਹ, ਇਹ ਸੰਤਾਂ ਨੇ ਤਾਂ ਲੈਕਚਰ ਨਹੀਂ ਦੇਣਾ ਸੀ, ਇਹਨਾਂ ਨੇ ਆਪਣਾ ਵਿਆਖਿਆ ਦੇ ਵਿੱਚ ਸਾਰਾ ਕੁਝ ਕਹਿ ਦਿੱਤਾ। ਔਰ ਗਿਆਨੀ ਜੀ ਜਿੱਦਾਂ ਦਾੜੀ ਰੰਗਦੇ ਸੀ, ਉਹਨਾਂ ਦਾ ਇੱਕ ਵੀ ਆਵਾਜ਼, ਇੱਕ ਕਟਾਕਸ਼ ਉਹਨਾਂ ਦੇ ਤਾਂ ਸੀਗਾ, ਇਹ ਉਹਨਾਂ ਦੇ ਸੀਗਾ। ਗਿਆਨੀ ਜੀ ਨੇ ਮੱਥਾ ਟੇਕਿਆ ਤੇ ਉੱਠ ਕੇ ਉੱਥੋਂ ਨਿਕਲ ਗਏ। ਲੇਕਿਨ ਮੈਂ ਉਹਦੇ ਬਾਅਦ ਇੱਕ ਕਿਸਮ ਦਾ ਹੱਕਾ ਬੱਕਾ ਜਿਹਾ ਰਹਿ ਗਿਆ ਕਿ ਮੈਂ ਤਾਂ ਹੁਣ ਗਿਆਨੀ ਜੀ ਲੈਕਚਰ ਨਹੀਂ ਕਰਾਇਆ, ਇਹ ਤੇ ਵਾਕ ਦੀ ਵਿਆਖਿਆ ਜਿਹਨਾਂ ਨੇ ਜੋ ਕਹਿਣਾ ਸੀ ਕਹਿ ਦਿੱਤਾ। ਲੇਕਿਨ ਇਹ ਹਿਸਟਰੀ ਹੈ, ਇਹ ਕਿਤਾਬ 'ਚ ਛਪੀ ਹੈ, ਇਹ ਕਿਸੇ ਹੋਰ ਦੀ ਅਖਬਾਰ 'ਚ ਨਹੀਂ, ਕਿਤਾਬ 'ਚ ਨਹੀਂ ਛਪੀ, ਮਾਰਕ ਟੱਲੀ ਦੀ ਕਿਤਾਬ 'ਚ ਛਪੀ ਹੈ। ਔਰ ਗਿਆਨੀ ਜੀ ਨੇ ਆਪਣੇ ਭਿੰਡਰਾਂ ਵਾਲਿਆਂ ਨੇ ਆਪਣੇ ਲੈਕਚਰ 'ਚ ਕਿਹਾ ਹੋਇਆ, YouTube 'ਤੇ ਮੈਂ ਸੁਣ ਰਿਹਾ ਸੀ ਕਿ ਸੰਤੋਖ ਸਿੰਘ ਦੇ ਪੁੱਤਰ ਨੂੰ ਮਨਾ ਕੀਤਾ ਗਿਆਨੀ ਨੇ ਕਿ ਬਈ ਜੇ ਭਿੰਡਰਾਣਾ ਆਊਗਾ ਤੇ ਮੈਂ ਨਹੀਂ ਆਊਂਗਾ। ਤਾਂ ਉਹਨੇ ਕਿਹਾ ਤੁਸੀਂ ਆਉਣਾ ਤੇ ਆਓ, ਨਹੀਂ ਆਉਣਾ ਤੇ ਨਾ ਆਓ, ਸੰਤ ਭਿੰਡਰਾਣਾ ਜ਼ਰੂਰ ਆਊਗਾ। ਇੰਦਰਾ ਗਾਂਧੀ ਨਹੀਂ ਸੀ ਆਈ? ਇੰਦਰਾ ਗਾਂਧੀ ਪਹਿਲੇ, ਉਸ ਤੋਂ ਪਹਿਲੇ ਜਿਸ ਦਿਨ ਪਾਠ ਰੱਖਿਆ ਸੀ ਉਦੋਂ ਆ ਗਈ ਸੀਗੀ, ਉਦੋਂ ਮੱਥਾ ਟੇਕ ਕੇ ਚਲੀ ਗਈ ਸੀਗੀ। ਰਾਜੀਵ ਗਾਂਧੀ ਸੰਸਕਾਰ ਤੇ ਆਇਆ ਸੀਗਾ। ਸੋ ਕਦੇ ਕੋਸ਼ਿਸ਼ ਨਹੀਂ ਹੋਈ ਆ ਜਥੇਦਾਰ ਸੰਤੋਖ ਸਿੰਘ ਦੀ ਕਿ ਕਦੇ ਸੰਤ ਜਰਨੈਲ ਸਿੰਘ ਜਾਂ ਇੰਦਰਾ ਗਾਂਧੀ ਦੇ ਦਰਮਿਆਨ ਗੱਲਬਾਤ ਕਰਾਈ ਜਾ ਸਕੇ, ਜਾਂ ਜੇ ਇੰਦਰਾ ਗਾਂਧੀ ਨੂੰ ਕੋਈ ਡਾਊਟ ਸੀਗੇ ਤਾਂ ਉਹ ਕਲੀਅਰ ਕੀਤੇ ਜਾ ਸਕਣ? ਦੇਖੋ ਇਸ ਤਰ੍ਹਾਂ ਹੈ ਕਿ ਉਹ ਤਾਂ ਨਹੀਂ ਹੋਈ, ਲੇਕਿਨ ਰਾਜੀਵ ਗਾਂਧੀ ਨੇ ਮੈਨੂੰ ਬੁਲਾਇਆ ਜਦੋਂ ਗੋਲਡਨ ਟੈਂਪਲ ਇਲੈਕਸ਼ਨ ਹੋ ਗਿਆ। ਮੈਨੂੰ ਬੁਲਾ ਕੇ ਆਖਦੇ ਕਿ ਹਮੇ ਕੋਈ ਸਿੱਖ, ਬੂਟਾ ਸਿੰਘ ਲੈ ਕੇ ਗਏ ਮੈਨੂੰ। ਬੂਟਾ ਸਿੰਘ ਰਾਜੀਵ ਗਾਂਧੀ ਦੇ ਨਾਲ ਮੇਰਾ ਖਿਆਲ ਹੋਮ ਮਿਨਿਸਟਰ ਬਣੇ ਸੀ, ਕੀ ਬਣੇ ਸੀ, ਤੇ ਮੈਨੂੰ ਲੈ ਕੇ ਗਏ। ਬੂਟਾ ਸਿੰਘ ਨੂੰ ਜਹੇਦਾਰ ਜੀ ਨੇ ਪਹਿਲੀ ਵਾਰੀ MP ਬਣਾਇਆ ਸੀ 1962 ਦੇ ਵਿੱਚ, ਤੇ ਅਕਾਲੀਆਂ 'ਚੋਂ ਗਏ ਸੀ। ਤੇ ਉਹ ਕਹਿੰਦੇ ਕਿ ਹਮਨੇ ਜੋ ਦਰਬਾਰ ਸਾਹਿਬ जो टूटा है अकाल तख्त साहब, उसकी कार सेवा करानी है और हमें कोई पंथक परिवार नहीं मिल रहा जो उसकी कार सेवा। किसने क्या कार सेवा करानी? राजीव गांधी ने। पैसा सरकार लगाएगी, लेकिन हमें चेहरा चाहिए। जथेदार संतोख सिंह हमारे साथ परिवार के रहे हैं और मेहरबानी करके मनजीत सिंह आप आगे आए। मैं मना करता, मैं कह राजीव जी मैं अपनी कौम के साथ खड़ा हूँ, जो हुआ है ये कोई से कभी माफ़ नहीं कर सकता। मैं आपको तजवीज़ दूंगा कि आप ऐसे ही अकाल तख्त जो है कौम के हवाले कर दें, सरकारी अकाल तख्त हमारे को मंजूर नहीं होगा। बूटा सिंह मनु घूरी जावे कि तू राजीव गांधी के अगे बैठा, प्रधानमंत्री है, एडा पावरफुल है, तू बोल की रहा है। मैं फिर राजीव को यह भी गल कही, मैं कहा राजीव एक बात समझ लो, हमारे सिखों में हम अपनी जान तक वार देते हैं, परवाह नहीं करते। आपने देख लिया आपकी माता की डेथ हुई है, कितना बड़ा कत्लेआम हुआ है, हम फिर भी डरे हैं, भागे हैं, इस मुल्क में बैठे हैं। जो आप करने जा रहे हो हमारी जख्मों पे नमक लगाने जा रहे हो, आप मेहरबानी करके हमारे को छोड़ दें। मैं कहा जब महाराजा रणजीत सिंह
इस दुनिया से चले गया ना, तो 9 साल रानी जिंदा को, ये हमारे सिखों में कहा जाता है कि 9 साल राजे दी मड़ी राज कर गई। इंडो एंग्लो इंडिया सिख वॉर्स पढ़ लो, किदां रानी जिंदा ने खदेड़ दिते सी, ये ते डोगरे ना बगावत करदे। मैं कहा लेकिन गोरे सियाणे सी, उन्होंने पता सीगा कि सिख ऑर्गेनाइज्ड आर्मी है महाराजे रणजीत सिंह दी, जे असी पंगा लिया तो सानू मुल्क चों खदेड़ देणगे। उन्होंने इन्हों अडॉप्ट करके इन्हों भेजता बाहरले मुल्कों के विच। तू जिहड़ा काम करन लगा है, जे अकाल तख्त तू बनाएगा तो समझ ली ये कौम ने बर्दाश्त नहीं करना, तुहाडे खिलाफ होर गुस्सा साडा भड़केगा, ये काम ना करियो। मैं उठ के बाहर आ गया, और हाँ इसनों एक्सैप्ट नहीं करनगे। मैं उठ के बाहर आ गया, मैं बाहर आ गया तो बूटा सिंह मेरे नाल बहुत लड़िया। उन्हें कहा तैनू पता नहीं मैं तैनू किहदे कोल लैके गया, तू मेरी पोजीशन ऑकवर्ड करती, तू उन्होंने मूँह ते मना कर रहा है। मैं क्या बूटा सिंह जी, ਤੁਹਾਨੂੰ ਬਣਾਉਣ ਦੇ ਵਿੱਚ ਮੇਰੇ ਪਿਤਾ ਦਾ ਬਹੁਤ ਵੱਡਾ ਹੱਥ ਹੈ। ਤੁਸੀਂ ਮੇਰੇ ਤੋਂ ਗਦਾਰੀ ਕਰਾਉਣ ਲੱਗੇ ਹੋ ਕੌਮ ਨਾਲ। ਮੈਂ ਬਿਲਕੁਲ ਇਹ ਗਦਾਰੀ ਵਾਸਤੇ ਤਿਆਰ ਨਹੀਂ, ਮੈਂ ਮੋਰਚੇ ਨਾਲ ਖੜਾ, ਮੈਂ ਕੌਮ ਨਾਲ ਖੜਾ ਵਾਂ, ਬਿਲਕੁਲ ਇਸ ਕੰਮ 'ਚ ਨਹੀਂ ਆਵਾਂਗਾ। ਫਿਰ ਬੂਟਾ ਸਿੰਘ ਨੇ ਇੱਕ ਤੇਜਵੰਤ ਸਿੰਘ ਇੱਥੋਂ ਦਾ ਸ਼ਖਸ ਸੀਗਾ, ਉਸ ਦੀ ਡਿਊਟੀ ਲਾਈ, ਜਿਹੜਾ ਉਹਦਾ ਪਾਰਟਨਰ ਵੀ ਰਿਹਾ, ਔਰ ਜਿਹੜੇ ਉਹ 96 ਕਰੋੜੀ ਸੀਗੇ ਆਪਣੇ ਬਾਬਾ ਸੰਤਾ ਸਿੰਘ, ਉਹਨਾਂ ਨੂੰ ਅੱਗੇ ਲਾ ਕੇ ਕਾਰ ਸੇਵਾ ਕਰਾਈ। और जिस दिन कार सेवा कंप्लीट हुई, कौम के हवाले किया, कौम ने उसनों फिर जीरो कर दिता और दोबारा कार सेवा हुई। मैं समझदा वां कि तुसी ये कहा कि साडे रिलेशन है। मेरी उस वेले की उम्र सी, मेरे पिता का कतल होया होवे, राजीव गांधी मेरे गोडे हथ ला रहा होवे कि तुसी परिवार अगे आ जाओ, तो असी उन्हों जब मना करके आए हैं, असी हमेशा कौम के नाल खलोए हैं, कीमत कुछ भी देनी। अज दोष लगे कई 100 करोड़ रुपया खाण दे दोष लग गए, एडे तो बजट भी है जिहड़े लग गए, दोष लगे ना। आया की सामने दोष तो जित मर्जी ला लो, मैं तुहाडे ते ला दिना हुणे दोष। दोषां दा की है? गुरुद्वारा बंगला साहब गए हो प्रधानगी लै अस्तीफा देने तो बाद? बड़ी बारी, हमेशा जाना। हाजर नाजर होके कह सकते हो उत्थे कि तुसी रुपया नहीं खादा? बिल्कुल कह सकदा वां, बिल्कुल कह सकदा वां। मैं समझदा वां कि जिहड़ी चीज़ ये भी दोष लाया कि मनजीत सिंह तो गुरुद्वारे नहीं वड़दा, मैं तो हमेशा गुरुद्वारे दे विच जाना वा, अपने पाठ भी रखदा वा, भोग भी पवाना वा, कि बड़े दोष मैं इन्हां ते लगा सकदा। सब तो वड्डी गल है मैं छड्ड आया ना, मेरे ते तुसीं FIR कर ली ना, नकली कागज़ बना के दे दिते ना, तो अज तक मैनूं तो नहीं कोई साबित कर सके। पुलिस ने क्लोजर रिपोर्ट फाइल कर दी, तुहाडे ते FIR होई, तुसीं क्यों नहीं इस्तीफा दिता? परमात्मा नतारा करूगा जे तुसी गलत हो थोड़ा, जे वो गलत ने उन्हां दा। 100% करूँगा, 100% करूँगा। और मैं ये सियासत छोड़ के घर बह गया सी, क्योंकि मेरे दिल में तकलीफ हुई कि जथेदार जी को गोली मारी गई और मेरे उत्ते दोष लाए गए जिसने कौम ਲਈ अपनी परवाह नहीं की। जे मैं अज ये राजीव गांधी वाला इंस्टेंस किसी नहीं पता, अज मैं तुहाडे कोल दसदा पिया। मैं ये समझदा वां कि मैनूं अफसोस भी सीगा कि एडा मेरे नाल इन्होंने जलील किया, मैनू मेरे नाल बुरा हाल किया, लेकिन जदों नहीं बाज आए तो फिर मैं सोचा कि मैनू एक बार लड़ना चाहिए, इन्हों एक्सपोज करना चाहिए, और मैं लड़िया वां। अज मैं मैदान दे विच आ। सब तो वड्डी तो कचहरी संगत दी है ना, 25 नूं वोटां सी चले गईयां, 15 दिन बाद पै जाणगीआं, पता लग जूगा किन्ने पानी च कौन हैगा वा। सो इस करके हमेशा कौम दे नाल रहे हैं, पंथ दे नाल रहे हैं। 70 सालां च किसे ना ग्रंथ ना गद्दारी की, ना कौम ना गद्दारी की, ना अपने लिए कोई कोटा परमट लाइसेंस या वजीरी लई। सो इस करके संगत ते भरोसा है, उस भरोसे ते काम करते हैं। बहुत धन्यवाद समा देने वास्ते। थैंक यू, सत श्री अकाल। सो मनजीत सिंह जी के होना नाल डिटेल च बहुत सारे पहलुआं दे उत्ते, इतिहास के उत्ते भी आज चर्चा हुई। कैमरा पर्सन गगन दे नाल सिमरनजोत सिंह मक्कड़, ऑन एयर, दिल्ली।